साढ़े वास्ते खुशकिस्मती है, साढ़े लकी है कि साढ़े पाकिस्तान के वैबीनार पहली दफ़ा गुरसमिंदर ढिल्लन जी इस वक्त साढ़े वैबीनार मौजूद ने, जेडे कैनेडा तो है, वैसे तो इंडिया तो ताल्लुक है लेकिन कैनेडा तो है। इंडिया तो लैन वाले भी लैके आने वाले भी गुरसमिंदर ढिल्लन जी है। सर थोड़ा बहुत बहुत वेलकम जी। आए नो जी गुरसमिंदर जी। गुड इवनिंग वासिम, की हाल चाल? सर जबरदस्त है सर, जबरदस्त है। थैंक यू सर। वेरी गुड एंड वेलकम ਸਾਰਿਆਂ ਨੂੰ ਬਹੁਤ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਬੜਾ ਮੈਨੂੰ ਤੁਸੀਂ ਭੇਜਿਆ ਸੀ ਵੀ ਪੰਜਾਬੀ ਦਾ ਵੈਬਿਨਾਰ ਕਰਨਾ, ਮੈਂ ਕਿਹਾ ਬਿਲਕੁਲ ਹੋਣੇ ਚਾਹੀਦੇ ਹੈਗੇ ਆ। ਐਂਡ ਸਾਰੇ ਜਿੰਨੇ ਵੀ ਅੱਜ ਆਪਣੇ ਅਟੈਂਡੀਜ਼ ਹੈਗੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਐਂਡ ਬੜੀ ਖੁਸ਼ੀ ਹੈ ਕਿ ਪੰਜਾਬੀ ਦੇ ਵਿੱਚ ਵੈਬਿਨਾਰ ਹੋ ਰਿਹਾ ਹੈਗਾ ਜੀ। ਐਂਡ ਯਾ ਮਨਮੋਹਨ ਜੀ ਹੁਣੇ ਬੋਲ ਰਹੇ ਸੀ, ਮੈਂ ਸੁਣ ਰਿਹਾ ਸੀ ਉਹਨਾਂ ਨੂੰ ਜੀ। ਤੇ ਯਾ ਮੈਂ ਫੇਸਬੁੱਕ ਤੇ ਦੇਖਦਾ ਰਹਿਣਾ, ਇੱਕ ਦੋ ਵਾਰ ਇਹਨਾਂ ਨੇ ਸ਼ਾਇਦ ਮੈਸੇਜ ਤੇ ਵੀ ਮੇਰੀ ਗੱਲ ਹੋਈ ਹੈਗੀ ਆ ਜੀ। ਇਨਸ਼ਾਅੱਲਾ ਤੁਸੀਂ ਗੱਲ ਕਰਾਂਗੇ ਬਿਲਕੁਲ। तो मतलब कि ਵਧੀਆ ਇੱਕ ਕਮਿਊਨਿਟੀ ਏਡੀ ਵਧੀਆ ਬਣੀ ਹੋਈ ਹੈਗੀ ਹੈ ਸਾਰੀ, ਚਾਹੇ ਉਹ ਚ ਕੋਈ ਵੀ ਹੈਗੇ ਆਲ ਅਰਾਊਂਡ ਦਾ ਵਰਲਡ ਜੀ। ਸੋ ਤੁਹਾਡੇ ਨਾਲ ਮੇਰੀ ਵਸੀਮ ਦੀ ਗੱਲ ਹੁੰਦੀ ਰਹਿੰਦੀ ਹੈਗੀ ਆ ਜੀ। ਬਿਲਕੁਲ ਸੋ ਬਹੁਤ ਵਧੀਆ ਵੈਸੇ ਤੁਸੀਂ ਕਰ ਰਹੇ ਹੋ ਬੇਸਿਕਲੀ, ਕਿਉਂਕਿ ਕਿਸੇ ਚੀਜ਼ ਨੂੰ ਵਿਸ਼ਵਾਸ ਕਰਕੇ ਉਸ ਨੂੰ ਡਿਵੈਲਪ ਕਰਨਾ, ਪੇਸ਼ੈਂਸ ਰੱਖ ਕੇ ਐਂਡ ਉਸ ਚੀਜ਼ ਨੂੰ ਸਮਝਣਾ ਸਿੱਖਣਾ ਜੀ। और किस तरीके ਨਾਲ ਚੀਜ਼ਾਂ ਹੋ ਰਹੀਆਂ ਨੇ ਬੇਸਿਕਲੀ, ਕੁਐਸਚਨ ਆਨਸਰਸ, ਕੁਐਸਚਨਸ ਪੁੱਛਣੇ, ਉਹਨਾਂ ਦੇ ਆਨਸਰ ਕਰਨੇ। ਸੋ ਆਈ ਲਾਈਕ ਦੈਟ ਕਿ ਤੁਹਾਡੇ ਵਿੱਚ ਵੀ ਉਹੀ ਚੀਜ਼ਾਂ ਹੈਗੀਆਂ, ਜਿਸ ਤਰੀਕੇ ਨਾਲ ਇੱਕ ਚੀਜ਼ ਨੂੰ ਸਮਝਣਾ ਹੁੰਦਾ ਬੇਸਿਕਲੀ, ਤਾਂ ਸਮਝ ਕੇ ਉਸ ਨੂੰ ਹੋਰ ਨਿਖਾਰ ਕੇ ਲੋਕਾਂ ਦੇ ਜਿਹੜੇ ਸਵਾਲ ਹੁੰਦੇ ਆ, ਕੁਐਸਚਨਸ ਹੁੰਦੇ ਆ, ਕਿ ਉਹਨਾਂ ਨੂੰ ਉਸ ਲੈਵਲ ਤੇ ਸਮਝਾਉਣਾ। ਸੋ ਉਹ ਬੇਸਿਕਲੀ ਇੱਕ ਟੀਮ ਬਿਲਡ ਦਾ ਵੀ ਹਿੱਸਾ ਹੈਗਾ ਹੈ ਤੇ ਪਲੱਸ ਇੱਕ ਅਵੇਅਰਨੈਸ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਐਕਚੁਅਲ ਟੈਕਨੋਲੋਜੀ ਕੀ ਹੈਗੀ ਆ, ਦੇ ਡੋਂਟ ਨੋ ਐਕਚੁਅਲੀ ਐਨੀਥਿੰਗ। ਕਿਸ ਤਰੀਕੇ ਉਹ ਯੂਜ਼ਰ ਤਾਂ ਬਣ ਸਕਦੇ ਹੈਗੇ, ਬਟ ਉਸ ਚੀਜ਼ ਨੂੰ ਸਮਝਣਾ, ਉਸ ਚੀਜ਼ ਨੂੰ ਕਿਉਂ ਐਵੇਂ ਹੁੰਦਾ ਹੈਗਾ ਆ, ਉਹਦੇ ਬੈਕ ਐਂਡ ਦੇ ਉੱਪਰ ਕਿਸ ਤਰੀਕੇ ਨਾਲ ਚੀਜ਼ਾਂ ਹੁੰਦੀਆਂ ਆ। ਔਰ ਖਾਸ ਕਰਕੇ ਆਪਣੇ ਜਿਹੜੇ ਮੁਲਕ ਹੈਗੇ ਨੇ, ਇਹ ਕੰਟਰੀਜ਼ ਹੈਗੇ ਨੇ, ਇੰਡੀਆ, ਪਾਕਿਸਤਾਨ, ਬੰਗਲਾਦੇਸ਼, ਇਹ ਜਿਹੜੇ ਕੰਟਰੀਜ਼ ਹੈਗੇ ਨੇ, ਡਿਵੈਲਪਿੰਗ ਕੰਟਰੀਜ਼ ਹੈਗੇ ਨੇ, ਇੱਥੇ ਬਹੁਤ ਸਾਰੇ ਲੋਕਾਂ ਨੂੰ ਐਕਚੁਅਲ ਪਤਾ ਨਹੀਂ ਕਿ ਡਿਵੈਲਪਡ ਕੰਟਰੀ ਲਾਈਕ ਕੈਨੇਡਾ, ਅਮਰੀਕਾ ਜਾਂ ਹੋਰ ਵੀ ਜਿੰਨੇ ਡਿਵੈਲਪਡ ਕੰਟਰੀ ਕਿਸ ਤਰੀਕੇ ਨਾਲ ਬਿਹੇਵ ਕਰ, ਕਿਸ ਤਰੀਕੇ ਨਾਲ ਚੱਲਦੇ ਆ, ਇੱਥੇ ਕਿਸ ਲੈਵਲ ਦੀ ਡਿਵੈਲਪਮੈਂਟ ਹੈਗੀ ਆ, ਉਹ ਬੰਦਾ ਕਈ ਚੀਜ਼ਾਂ ਸੋਚ ਹੀ ਨਹੀਂ ਸਕਦਾ ਹੈਗਾ ਆਪਣੇ ਵਰਗੇ ਕੰਟਰੀਜ਼ ਦੇ ਵਿੱਚ ਨਾ। ਇੰਡੀਆ ਤੇ ਕਿਸ ਤਰੀਕੇ ਦਾ ਲਹਿਜ਼ਾ ਲੋਕਾਂ ਦਾ, ਕਿਸ ਤਰੀਕੇ ਨਾਲ ਬੋਲਦੇ ਆ, ਕਿਸ ਤਰੀਕੇ ਨਾਲ ਉਹਨਾਂ ਦੀ ਸੈਂਸ ਆਫ ਅੰਡਰਸਟੈਂਡਿੰਗ ਹੈਗੀ ਆ। ਸੋ ਇੱਕ ਟੋਟਲੀ ਹੀ ਆਪਾਂ ਕਹਿ ਸਕਦੇ ਹਾਂ ਵੀ, ਚਲੋ ਜੇ ਮੈਂ ਅਮਰੀਕਾ ਕੈਨੇਡਾ ਦੀ ਗੱਲ ਕਰਾਂ, ਟੋਟਲੀ ਹੀ ਡਿਫਰੈਂਟ ਹੈਗਾ ਇਹ ਕੁਛ। ਇੱਥੇ ਜੋ ਟੈਕਨੋਲੋਜੀ ਲੋਕੀ ਯੂਜ਼ ਕਰ ਰਹੇ ਆ, ਇੱਥੇ ਟੈਕਨੋਲੋਜੀ ਜੋ ਲੋਕੀ ਬਿਲਡ ਕਰ ਰਹੇ ਆ, ਤੇ ਉਹ ਚੀਜ਼ਾਂ ਇੰਨੀਆਂ ਕੁ ਡਿਫਰੈਂਟ ਹੈ ਵੀ ਇੱਥੇ ਆਪਣੇ ਕੰਟਰੀਜ਼ 'ਚ, ਡਿਵੈਲਪਿੰਗ ਕੰਟਰੀ 'ਚ ਉਹਨੂੰ ਦੱਸਿਆ ਵੀ ਜਾਵੇ ਤਾਂ ਲੋਕਾਂ ਨੂੰ ਸਮਝਣ ਨੂੰ ਬਹੁਤ ਟਾਈਮ ਵੀ ਲੱਗਦਾ, ਪਲੱਸ ਉਹ ਸਮਝਣ ਨੂੰ ਵੀ ਤਿਆਰ ਨਹੀਂ ਹੁੰਦੇ ਕਈ ਵਾਰ। ਤੇ ਉਹਨਾਂ ਨੂੰ ਯਕੀਨ ਇਹ ਮਤਲਬ ਕਿ ਕਰਨਾ ਹੀ ਬੜਾ ਉਹਨਾਂ ਵਾਸਤੇ ਔਖਾ ਕਿ ਅੱਛਾ ਇਸ ਤਰੀਕੇ ਨਾਲ ਕਿਸ ਤਰ੍ਹਾਂ ਕਿਉਂ ਐਵੇਂ ਹੋ ਜਾਊਗਾ ਨਾ। ਸੋ ਬੜਾ ਮੱਥਾ ਮਾਰਨਾ ਪੈਂਦਾ ਜੇ ਆਪਾਂ ਪੰਜਾਬੀ 'ਚ ਕਹੀਏ। ਸਾਰੇ ਲੋਕਾਂ ਨਾਲ ਨੋ ਡਾਊਟ ਆਪਾਂ ਮਾਰ ਰਹੇ ਹਾਂ, ਸਾਰੇ ਰਲ ਮਿਲ ਕੇ ਕਰ ਰਹੇ, ਕਿਉਂਕਿ ਆਪਾਂ ਉਹ ਪੋਜ਼ਿਟਿਵ ਲੋਕ ਹੈਗੇ ਆ ਜਿਹੜੇ ਇੱਕ ਚੇਂਜ ਲੈ ਕੇ ਆ ਰਹੇ ਆ ਆਪਣੇ ਕੰਟਰੀਜ਼ ਦੇ ਵਿੱਚ। ਜੇ ਤੁਸੀਂ ਹੁਣ ਪਾਕਿਸਤਾਨ ਦੀ ਗੱਲ ਕਰ ਲਓ, ਤੁਸੀਂ ਇੱਕ ਚੀਜ਼ਾਂ ਨੂੰ ਸ਼ੁਰੂਆਤ ਕੀਤੀ ਆ, ਨੋ ਡਾਊਟ ਸ਼ੁਰੂਆਤ ਵੇਲੇ ਆਪਾਂ ਨੂੰ ਪਤਾ ਵੀ ਚੀਜ਼ਾਂ ਹੌਲੀ ਹੌਲੀ ਚੱਲਦੀਆਂ। ਸਮਝ ਲਓ ਤੁਸੀਂ ਵੈਬਿਨਾਰ ਸ਼ੁਰੂ ਕਰ ਰਹੇ ਹੋ, ਹੌਲੀ ਹੌਲੀ ਲੋਕੀ ਤੁਹਾਨੂੰ ਦੇਖ ਰਹੇ ਆ, ਤੁਸੀਂ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਉਹਨਾਂ ਲੋਕਾਂ ਦੇ ਵਿੱਚ ਬੈਠ ਕੇ, ਅੱਜ ਤੁਹਾਨੂੰ ਇਕੱਲੇ ਪਾਕਿਸਤਾਨ ਦੇ ਲੋਕ ਨਹੀਂ ਜਾਣਦੇ, ਤੁਹਾਨੂੰ ਇੰਡੀਆ ਦੇ ਵੀ ਜਾਣਦੇ, ਤੁਹਾਨੂੰ USA ਦੇ ਵੀ ਜਾਣਦੇ ਹੈਗੇ, ਤੁਹਾਨੂੰ ਵਰਲਡ ਦੇ ਹੋਰ ਬਹੁਤ ਸਾਰੇ ਕੰਟਰੀ ਵਿੱਚ ਲੋਕ। ਉਹ ਇਸੇ ਕਰਕੇ ਪੋਸੀਬਲ ਹੋਇਆ ਕਿ ਤੁਸੀਂ ਕੁਝ ਕਰ ਰਹੇ ਹੋ, ਬੇਸਿਕਲੀ ਤੁਸੀਂ ਕੁਝ ਸਿੱਖਣ ਦੀ ਕੋਸ਼ਿਸ਼ ਕੀਤੀ ਹੈਗੀ ਆ, ਤੁਸੀਂ ਉਸ ਸਿਸਟਮ ਦੇ ਵਿੱਚ ਆ ਤਾਂ ਗਏ ਹੋ ਤੇ ਉਸ ਸਿਸਟਮ ਨੂੰ ਅੱਗੇ ਕਿਸ ਤਰੀਕੇ ਨਾਲ ਲੈ ਕੇ ਜਾਣਾ ਹੈਗਾ, ਉਹ ਇੱਕ ਚੀਜ਼ ਨੂੰ ਸਿੱਖ ਰਹੇ ਹੋ ਤੁਸੀਂ, ਔਰ ਸਿੱਖ ਕੇ ਆਪਣੇ ਲੋਕਾਂ ਦੇ ਵਿੱਚ, ਆਪਣੇ ਕੰਟਰੀਜ਼ ਦੇ ਵਿੱਚ ਉਸ ਚੀਜ਼ ਨੂੰ ਸਮਝਾ ਰਹੇ ਹੋ ਲੋਕਾਂ ਨੂੰ। ਸੋ ਇਹ ਇੱਕ ਪ੍ਰੋਸੈਸ ਇਹ ਹੁੰਦਾ ਬੇਸਿਕਲੀ ਨਿਕਲਣ ਦਾ, ਚੀਜ਼ਾਂ ਨੂੰ ਸਮਝ ਕੇ ਤੇ ਆਪਣੇ ਲੋਕਾਂ ਨੂੰ ਦੱਸਣ ਦਾ। ਸੋ ਇਹ ਪ੍ਰੋਸੈਸ ਜਾਰੀ ਹੈ। ਤੁਸੀਂ ਬੜੇ ਬਾਖੂਬੀ, ਬੜੇ ਪਰਫੈਕਸ਼ਨ ਦੇ ਨਾਲ ਉਹ ਚੀਜ਼ਾਂ ਨੂੰ ਤੁਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਜਿਹੜੇ ਕਿ ਆਈ ਲਵ ਦੈਟ। ਮਤਲਬ ਕਿ ਤੁਸੀਂ ਕਮ ਸੇ ਕਮ ਜਿਹੜੇ ਬੰਦੇ ਸਿੱਖਣ ਦੀ ਕੋਈ ਚੀਜ਼ ਹੈਗੀ ਨਾ ਜ਼ਿੰਦਗੀ ਦੇ ਵਿੱਚ, ਉਹ ਕਦੀ ਉਹਦੇ ਵਾਸਤੇ ਕੋਈ ਚੀਜ਼ ਔਖੀ ਨਹੀਂ ਹੈਗੀ ਬੇਸਿਕਲੀ। ਈਵਨ ਕਿ ਐਸ਼ ਨੇ ਬਹੁਤ ਵਾਰੀ ਜੋ ਗੱਲ ਹੁੰਦੀ, ਉਹ ਆਪ ਕਹਿੰਦਾ ਮੈਂ ਬਹੁਤ ਲਰਨ ਕਰ ਰਿਹਾ, ਬਹੁਤ ਕੁਝ ਲਰਨ ਹੈ ਪਿਛਲੇ 3-4 ਸਾਲ, ਜਿੰਨਾ ਕੁਝ ਲਰਨ ਕਰ ਰਿਹਾ ਵੀ ਤੁਸੀਂ ਸੋਚ ਨਹੀਂ ਸਕਦੇ ਹੈ ਕਿ ਨਾ ਕਿਸ ਤਰੀਕੇ ਨਾਲ ਅੱਡ-ਅੱਡ ਕਲਚਰਸ, ਅੱਡ-ਅੱਡ ਕਮਿਊਨਿਟੀਜ਼, ਅੱਡ-ਅੱਡ ਰਿਲੀਜਨਸ,
ਆਪਾਂ ਸਾਰੇ ਇੱਕ ਲਰਨਿੰਗ ਪ੍ਰੋਸੈਸ ਦੇ ਵਿੱਚੋਂ ਲੰਘ ਰਹੇ ਹੈਗੇ ਆ। ਤੇ ਜੋ ਐਸ਼ ਨਾਲ ਜਦੋਂ ਉਦੋਂ ਗੱਲ ਹੁੰਦੀ ਸੀ 2018 ਦੇ ਵਿੱਚ, ਉਹ ਅੱਜ ਐਸ਼ ਉਵੇਂ ਨਹੀਂ ਹੈਗਾ। ਉਹਨੇ ਵੀ ਬਹੁਤ ਕੁਝ ਸਿੱਖਿਆ ਲੋਕਾਂ ਕੋਲੋਂ, ਬਹੁਤ ਚੀਜ਼ਾਂ ਉਹਨੇ ਆਪਣੇ ਆਪ 'ਚ ਚੇਂਜਸ ਲੈ ਕੇ ਆਂਦੀਆਂ। ਉਹਨੇ ਵੀ ਜਦੋਂ ਪਹਿਲਾਂ ਗੱਲ ਕਰਦੇ ਹੁੰਦੇ ਸੀਗੇ ਤੇ ਹੁਣ ਗੱਲ ਕਰਦੇ, ਉਹ 'ਚ ਵੀ ਡਿਫਰੈਂਸ ਹੈ। ਆਪਣਾ ਵੀ ਉਹੀ ਡਿਫਰੈਂਸ ਸਾਡੇ 'ਚ ਵੀ ਹੈਗਾ ਤੇ ਤੁਹਾਡੇ 'ਚ, ਸਾਰਿਆਂ 'ਚ ਹੈਗਾ ਉਹੀ ਡਿਫਰੈਂਸ। ਚੀਜ਼ਾਂ ਨੂੰ ਆਪਾਂ ਸਮਝਿਆ, ਚੀਜ਼ਾਂ ਨੂੰ ਉਸ ਤਰੀਕੇ ਨਾਲ ਆਪਾਂ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰੀਕੇ ਨਾਲ ਇੱਕ ਕਮਿਊਨਿਟੀ ਦੇ ਵਿੱਚ ਜਾਂ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਹਾਊ ਟੂ ਡੂ ਦਾ ਥਿੰਗਸ, ਯੂ ਨਾ। ਹਾਲੇ ਵੀ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ। ਪਿਛਲੇ ਵੈਬਨਾਰ ਜਦੋਂ ਐਸ਼ ਨੂੰ ਮੈਂ ਲੈ ਕੇ ਆਇਆ ਸੀ, ਤੁਹਾਨੂੰ ਪਤਾ ਹੀ ਹੈ ਕੀ ਹੋਇਆ ਸੀਗਾ। ਸੋ ਇਹ ਚੀਜ਼ਾਂ ਨੂੰ ਸਿੱਖਣਾ ਬਹੁਤ ਲਾਜ਼ਮੀ ਹੈ। ਬਿਲਕੁਲ ਸਹੀ। ਜਿੱਦਾਂ ਆਪਾਂ ਡਿਵੈਲਪ, ਜਿੱਦਾਂ ਜਦੋਂ ਮੈਂ ਇੰਡੀਆ 'ਚ ਇੰਟਰੋਡਿਊਸ ਕੀਤਾ 2018 ਦੇ ਵਿੱਚ, ਮੈਨੂੰ ਸਮਝ ਨਹੀਂ ਸਕਦੀ ਵੀ ਮੈਂ ਇਹ ਲੋਕਾਂ ਨੂੰ ਦੱਸਾਂ ਕਿੱਦਾਂ। ਇਹਨਾਂ ਨੂੰ ਪਤਾ ਹੀ ਨਹੀਂ ਹੈਗਾ। ਈਵਨ ਨੋ ਡਾਊਟ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਸੀ, ਉਹਨਾਂ ਨੂੰ ਜਸਟ ਇੰਨਾ ਪਤਾ ਸੀ ਵੀ ਮੈਂ ਦੱਸ ਰਿਹਾ ਉਹਨਾਂ ਨੂੰ, ਤੇ ਉਹ ਇਹੀ ਕਹਿੰਦੇ ਵੀ ਜੇ ਤੁਹਾਨੂੰ ਲੱਗਦਾ ਵੀ ਇਹ ਸਹੀ ਹੈ ਤਾਂ ਫਿਰ ਅਸੀਂ ਆ ਜਾਂਦੇ ਹਾਂ। ਮੈਂ ਕਿਹਾ ਹਾਂ ਯੈਸ, ਮੈਨੂੰ ਲੱਗਦਾ ਹੈਗਾ। ਉਹ ਮੈਨੂੰ ਹੁਣ ਕਈ ਵਾਰ ਸਵਾਲ ਕਰ ਦਿੰਦੇ, ਤੁਹਾਨੂੰ ਕਿੱਦਾਂ ਐਵੇਂ ਲੱਗ ਗਿਆ 2018 ਦੇ ਵਿੱਚ ਬਿਨਾਂ ਕਿਸੇ ਵੈਬਸਾਈਟ, ਬਿਨਾਂ ਕਿਸੇ, ਤੁਸੀਂ ਕਿੱਦਾਂ ਐਸ਼ ਤੇ ਯਕੀਨ ਕਰ ਲਿਆ? ਮੈਂ ਕਿਹਾ ਮੈਂ ਐਸ਼ ਤੇ ਯਕੀਨ ਐਵੇਂ ਨਹੀਂ ਕੀਤਾ ਹੈਗਾ। ਜੇ ਤੁਸੀਂ ਮੈਨੂੰ ਸਹੀ ਮਾਇਨੇ ਪੁੱਛੋ, ਬੇਸਿਕਲੀ ਮੈਂ ਬੜਾ ਐਨਾਲਾਈਜ਼ ਕੀਤਾ ਐਸ਼ ਨੂੰ, ਬਹੁਤ ਸਾਰੀ ਚੀਜ਼ਾਂ ਉਹਦੀਆਂ ਐਨਾਲਾਈਜ਼ ਕੀਤੀਆਂ। ਉਹਨੂੰ ਜੋ ਬੋਲ ਰਿਹਾ ਸੀ ਬੇਸਿਕਲੀ, ਉਹ ਕੀ ਲੌਜੀਕਲੀ ਬੋਲ ਰਿਹਾ ਸੀ, ਜਾਂ ਕਿਉਂਕਿ ਵੀਡੀਓ ਹੀ ਹੁੰਦੀਆਂ ਸੀ ਤਾਂ ਨਥਿੰਗ ਐਲਸ, ਕੋਈ ਵੀਡੀਓ, ਕੋਈ ਵੈਬਸਾਈਟ ਨਹੀਂ, ਕੋਈ ਕੁਝ ਨਹੀਂ। ਮਤਲਬ ਕਿ ਵੀ ਜਿਹਨੂੰ ਆਪਾਂ ਕਿਸੇ ਨੂੰ ਕਹਿ ਸਕੀਏ ਵੀ ਆਹ ਵੈਬਸਾਈਟ ਹੈ ਤੇ ਔਰ ਜਾਓ ਔਰ ਦੇਖ ਲਓ ਯਾਰ ਵੀ ਆਹ ਚੀਜ਼ਾਂ ਹੈਗੀਆਂ ਨਾ, ਕੀ ਹੈ। ਤਾਂ ਮੈਂ ਕਿਹਾ ਮੈਂ ਏਦਾਂ ਨਹੀਂ, ਮੈਂ ਮਤਲਬ ਕਿ 9-10 ਵਾਰ 12 ਵਾਰ ਉਹ ਵੀਡੀਓ ਜਿਹੜੀਆਂ 2 ਸੀਗੀਆਂ ਬੇਸਿਕਲੀ ਐਸ਼ ਦੀਆਂ, ਮਤਲਬ ਮੈਂ 2-3 ਦਿਨਾਂ ਚੋਂ 10-12 ਵਾਰ ਦੇਖੀਆਂ। ਉਸ ਤੋਂ ਬਾਅਦ ਉਹਨੂੰ ਐਨਾਲਾਈਜ਼ ਕੀਤਾ ਵੀ ਨਹੀਂ, ਦਿਸ ਇਜ਼ ਸਮਥਿੰਗ ਨਿਊ, ਇਹ ਕੁਝ ਨਵਾਂ ਤਾਂ ਹੈ, ਬਟ ਉਹਦੇ ਨਾਲ ਜੋ ਲੌਜਿਕ ਨਾਲ ਐਸ਼ ਬੋਲਣ ਦੀ ਕੋਸ਼ਿਸ਼ ਕਰ ਰਿਹਾ ਇੱਕ ਚੀਜ਼ ਨੂੰ, ਤੇ ਉਹਦੇ ਉੱਤੇ ਯਕੀਨ ਕਰਨਾ ਬਣਦਾ ਹੈਗਾ। ਐਂਡ ਜੇ ਉੱਤੇ ਯਕੀਨ ਕਰਾਂਗੇ ਤੇ ਤਾਂ ਹੀ ਉਹ ਪਾਰਟਿਕੂਲਰ ਪਰਸਨ ਉਸ ਚੀਜ਼ ਨੂੰ ਬਣਾਊਗਾ, ਠੀਕ ਹੈ ਨਾ। ਤੇ ਜੇ ਕਿਸੇ 'ਚ ਇਹੋ ਜਿਹਾ ਕੁਝ ਕਰਨ ਦੀ ਹਿੰਮਤ ਹੈਗੀ ਆ ਵਰਲਡ ਦੇ ਵਿੱਚ, ਵਾਈ ਨਾਟ, ਵੀ ਸ਼ੁੱਡ ਗਿਵ, ਮਤਲਬ ਉਹਨੂੰ ਚਾਂਸ ਦਿੱਤਾ ਜਾਵੇ ਵੀ ਯੈਸ ਤੂੰ ਬਣਾ ਯਾਰ, ਜੇ ਤੂੰ ਸੋਚ ਰਿਹਾ ਐਵੇਂ ਸਾਡੇ ਲਾਈਫ ਨੂੰ ਬੈਟਰ ਕਰਨ ਵਾਸਤੇ, ਇਫ ਯੂ ਥਿੰਕ ਲਾਈਕ ਦਿਸ, ਓਕੇ ਲੈਟਸ ਡੂ ਇਟ, ਮੈਂ ਤੇਰਾ ਸਾਥ ਦੂੰਗਾ। ਤੇ ਮੈਨੂੰ ਪਤਾ ਜਦੋਂ ਪਹਿਲੀ ਵਾਰੀ ਐਸ਼ ਨਾਲ ਉਹੀ ਗੱਲ ਕੀਤੀ ਤੇ ਉਹ ਕਹਿੰਦਾ ਮੈਂ ਬਣਾ ਰਿਹਾ, ਕਦੋਂ ਬਣਾਉਣਾ ਮੈਨੂੰ ਆਈ ਡੋਂਟ ਨੋ। ਤੇ ਮੇਰਾ ਇਹੀ ਸਵਾਲ ਸੀ, ਮੈਂ ਕਿਹਾ ਮੈਂ ਮਤਲਬ ਲੋਕਾਂ ਨੂੰ ਕੀ ਦੱਸਾਂ ਔਰ ਕਦੋਂ ਤੁਸੀਂ ਲਾਂਚ ਕਰ ਰਹੇ ਹੋ। ਮੈਂ ਇਹੀ ਗੱਲ, ਕਿਉਂਕਿ ਆਪਣੇ ਦਿਮਾਗ ਨਾਲ ਹਮੇਸ਼ਾ ਲਾਂਚਿੰਗ ਇਹ ਬਹੁਤ ਹੁੰਦੇ, ਮੇਰੇ 'ਚ ਵੀ ਸੀਗੀ ਬਿਕੋਜ਼, ਤੇ ਉਹ ਮਤਲਬ ਕਿ ਉਹਨੇ ਕਿਹਾ ਆਈ ਡੋਂਟ ਨੋ, ਮੈਨੂੰ ਨਹੀਂ ਪਤਾ ਮੈਂ ਕਦੋਂ ਬਣਾ ਕੇ ਲਾਂਚ ਕਰੂੰ। ਤੇ ਮੈਂ ਅੱਜ ਵੀ ਉਹੀ ਗੱਲ ਕਰਨਾ ਹੁੰਦਾ, ਬਹੁਤ ਸਾਰੇ ਲੋਕਾਂ ਨੂੰ ਵੈਬਨਾਰਸ ਕਰਨਾ ਹੁੰਦਾ ਵੀ ਮੈਨੂੰ ਐਸ਼ ਦੀ ਆਹ ਗੱਲ ਬਹੁਤ ਵਧੀਆ ਲੱਗੀ ਸੀ ਜਦੋਂ ਉਹਨੇ ਕਿਹਾ ਮੈਨੂੰ ਨਹੀਂ ਪਤਾ ਮੈਂ ਕਦੋਂ ਲਾਂਚ ਕਰਨਾ ਹੈ, ਠੀਕ ਹੈ ਨਾ। ਮੈਂ ਕਿਹਾ ਮੇਰੇ ਵਾਸਤੇ ਇਹ ਇੱਕ ਬਹੁਤ ਵੱਡੀ ਗੱਲ ਸੀ ਵੀ ਇੱਕ ਬੰਦਾ ਕੌਨਫੀਡੈਂਸ ਨਾਲ ਆ ਕੇ ਇੱਕ ਲੋਕਾਂ ਨੂੰ ਦੱਸ ਰਿਹਾ ਵੀ ਇਹ ਕਦੋਂ ਬਣ ਕੇ ਰੈਡੀ ਹੋਣਾ, ਕਦੋਂ ਉਹਨੇ ਲਾਂਚ ਹੋਣਾ, ਆਈ ਡੋਂਟ ਨੋ। ਤੇ ਮੈਂ ਕਿਹਾ ਇੱਕ ਬਹੁਤ ਵਧੀਆ ਗੱਲ ਹੈ, ਇਹ ਦੈਟ ਮੀਨਸ ਕਿ ਇਹ ਬੰਦਾ ਸੱਚ ਬੋਲ ਰਿਹਾ ਹੈਗਾ ਆ। ਨਹੀਂ ਤੇ ਇਹ ਵੀ ਕਹਿ ਸਕਦੇ ਹਾਂ ਬਸ ਆਪਾਂ ਮਹੀਨੇ ਤੱਕ 2 ਮਹੀਨੇ ਦਾ ਲਾਂਚ ਰਿਹਾ, ਉਹ ਮੇਰੇ ਨਾਲ ਆਓ, ਜਲਦੀ ਆਓ, ਜਲਦੀ ਆਓ, ਜਲਦੀ, ਇਹ ਵੀ ਤਾਂ ਕਹਿ ਸਕਦਾ ਸੀਗਾ। ਬਟ ਹੀ ਇਜ਼ ਟੈਲਿੰਗ ਕਿ ਮੈਨੂੰ ਨਹੀਂ ਪਤਾ ਇਹ ਕਦੋਂ ਬਣ ਕੇ ਤਿਆਰ ਹੈ ਨਾ। ਸੋ ਦੈਟ ਮੀਨਸ ਇਹ ਬਿਲਕੁਲ ਸੱਚ ਬੋਲ ਰਿਹਾ ਹੈਗਾ, ਇਹਦੀ ਗੱਲ ਤੇ ਯਕੀਨ ਕਰਨਾ ਬਣਦਾ। ਤੇ ਉਹ ਮਤਲਬ ਕਿ ਮੈਂ ਤਾਂ ਜਦੋਂ ਪਹਿਲੀ ਵਾਰੀ 4-5 ਲੋਕਾਂ ਨੂੰ ਫੋਨ ਕੀਤੇ, ਮੇਰੇ ਫਰੈਂਡ ਇੱਕ ਆਸਟ੍ਰੇਲੀਆ 'ਚ ਟੋਰਾਂਟੋ ਨੇ ਹੈਗੇ, ਉਹ ਹੈਗੇ ਨੇ, ਤੇ ਉਹਨਾਂ ਨੂੰ ਫੋਨ ਕੀਤੇ, ਉਹ ਕਹਿੰਦੇ ਯੈਸ ਆਈ ਐਮ, ਜੇ ਤੁਸੀਂ ਕਹਿੰਦੇ ਹੋ ਇਨ ਤਾਂ ਮੈਨੂੰ ਪਤਾ 2-4 ਦਿਨਾਂ 'ਚ ਹੀ 5-6 ਬੰਦੇ ਮੇਰੇ ਨਾਲ ਜੁੜ ਗਏ। ਤਾਂ ਫਿਰ ਉਹ ਕੌਨਫੀਡੈਂਸ ਆ ਜਾਂਦਾ ਤੁਹਾਡੇ 'ਚ ਨਾ, ਯੈਸ ਯਾ ਇਹ ਪਹਿਲੀ ਵਾਰੀ ਐ ਹੋਇਆ ਕਿ ਪਹਿਲਾਂ ਤਾਂ ਲੋਕਾਂ ਨੂੰ ਕਹਿੰਦੇ ਹੁੰਦੇ ਸੀ ਕਿ ਅਗਲਾ ਕਹਿੰਦੇ ਕੀ ਆ, ਤੇ ਇੱਥੇ ਇਹ ਹੋ ਰਿਹਾ ਵੀ 5 ਦਿਨ। ਸੋ ਦੈਨ ਆਈ ਸਟਾਰਟਡ ਹੌਲੀ ਮੇਰੇ ਕੁਝ ਹੋਰ ਫਰੈਂਡ ਇੱਥੇ ਵੈਨਕੂਵਰ ਸੀਗੇ, ਉਹਨਾਂ ਨੂੰ ਦੱਸਿਆ ਮੈਂ, ਉਹਨਾਂ ਦੇ ਪੱਲੇ ਕਿਸੇ ਨਹੀਂ ਪਿਆ ਜੇ ਆਪਾਂ ਪੰਜਾਬੀ 'ਚ ਕੁਝ ਕਹੀਏ ਵੀ ਕਿਤੇ ਬਹੁਤ ਕੋਈ ਉਹਨਾਂ ਨੂੰ ਕਿਹਾ ਵੀ ਰਾਹ ਕੁਛ ਹੈ ਬਹੁਤ ਵਧੀਆ ਚੀਜ਼, ਆ ਜਾਓ। ਉਹ ਕਹਿੰਦੇ ਲਓ ਜੀ ਆ ਗਏ, ਬਸ ਤੁਸੀਂ ਕਹਦੇ ਅਸੀਂ ਆ ਗਏ। ਤੇ ਉਹ ਅੱਜ ਹੁਣ ਬੜੇ ਥੈਂਕਫੁਲ ਨੇ ਵੀ ਯਾਰ ਅਸੀਂ ਗੱਲ ਮੰਨ ਲਈ ਤੁਹਾਡੇ ਤੇ ਮਤਲਬ ਬਲਾਈਂਡ ਫੇਥ ਕਰ ਲਿਆ ਵੀ ਯਾਰ ਨਹੀਂ ਕੁਝ ਨਵਾਂ ਬਣ ਕੇ ਰਹੂਗਾ। ਤੇ ਸੋ ਇਦਾਂ ਹੀ ਚਲੋ ਹੌਲੀ ਇੰਡੀਆ ਸ਼ੁਰੂ ਕੀਤਾ। ਇੰਡੀਆ ਦਾ ਸੱਚੀ ਬਹੁਤ ਟਫ ਸੀਗਾ ਔਰ ਹਾਲ ਤੱਕ ਹੀ ਟਫ ਹੈਗਾ ਹੈ। ਬਹੁਤ ਸਾਰੀ ਚੀਜ਼ਾਂ, ਬਹੁਤ ਸਾਰੇ ਲੋਕ ਸਮਝਣ ਨੂੰ ਤਿਆਰ ਨਹੀਂ, ਇੰਨੀਆਂ ਲੱਤਾਂ ਖਿੱਚਦੇ ਨੇ, ਤੁਹਾਨੂੰ ਪਤਾ ਹੀ ਹੈ, ਨੈਗੇਟਿਵ ਵੀਡੀਓਜ਼, ਐਸ਼ ਦੀਆਂ ਲੱਤਾਂ ਖਿੱਚਦੇ ਨੇ। ਈਵਨ ਐਸ਼ ਕਈ ਵਾਰ ਬਹੁਤ ਦੁਖੀ ਹੋ ਜਾਂਦੇ ਨੇ ਵੀ ਯਾਰ ਮੈਨੂੰ ਕਈ ਵਾਰ ਪੁੱਛਦੇ ਗੁਰਸਿੰਦਰ ਤੇ ਕੀ ਹੈਗੀ ਹੈ ਇਹਨਾਂ ਨੂੰ ਸੈਟੀਸਫਾਈ ਕਰਨ ਦੀ। ਮੈਂ ਕਿਹਾ ਨਹੀਂ, ਇਹਨਾਂ ਨੇ ਕਿਸੇ ਨੇ ਸੈਟੀਸਫਾਈ ਨਹੀਂ ਹੋਣਾ ਹੈਗਾ। ਇਹਨਾਂ ਨੂੰ ਐ ਹੀ ਰਹਿਣ ਦਿਓ, ਆਪਾਂ ਆਪਣਾ ਕੰਮ ਕਰ ਰਹੇ ਹਾਂ, ਵੀ ਨੋ ਦੈਟ ਆਪਾਂ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਤੇ ਆਪਾਂ ਏਦਾਂ ਹੀ ਕਰਦੇ ਰਹਿਣਾ ਹੈਗਾ। ਇਹ ਕਹਿਣ ਦੋ ਲੋਕਾਂ ਨੂੰ ਨਾ ਜੋ ਵੀ ਹੈਗਾ ਆ
ਬਟ ਐਸ਼ ਦੀ ਇੱਕ ਹੈਗੀ ਵੀ ਉਹ ਵਿਸ਼ਵਾਸ ਕਰ ਲੈਂਦਾ ਬਹੁਤ, ਇੰਨਾ ਉਹਦਾ ਵਧੀਆ ਆਪਾਂ ਕਹਿ ਸਕਦੇ ਆ ਵੀ ਦਿਲ ਹੈਗਾ ਵੀ ਉਹ ਬਹੁਤ ਸਾਰੀ ਚੀਜ਼ਾਂ ਨੇ ਵਿਸ਼ਵਾਸ ਕਰ ਲਾ। ਔਰ ਮੈਂ ਈਵਨ ਕਿ ਕਈ ਵਾਰ ਇੱਕ ਸ਼ਾਇਦ ਤੁਸੀਂ ਸਾਰੇ ਉਦੋਂ ਜੁਆਇਨ ਨਹੀਂ ਹੋਏ ਹੋਣਗੇ ਮੈਨੂੰ ਲੱਗਦਾ ਨੌਨ ਪੈਸੇ ਦੇ ਵਿੱਚ, ਤੇ ਮੈਂ ਈਵਨ ਕਿ ਐਸ਼ ਨੂੰ ਇੱਕ ਵਾਰ ਇੱਕ ਵੈਬਿਨਾਰ ਚ ਕਹਿਤਾ, ਮੈਂ ਕਿਹਾ ਐਸ਼ ਯੂ ਆਰ ਦਾ ਓਨਰ ਆਫ ਦਿਸ ਤੂੰ CEO ਹੈ ਤੇ ਤੈਨੂੰ ਨਾ CEO ਵਾਂਗੂ ਬਿਹੇਵ ਕਰਨਾ ਚਾਹੀਦਾ ਹੈਗਾ, ਮਤਲਬ ਕਿ ਤੈਨੂੰ ਥੋੜਾ ਟਫ ਹੋਣਾ ਪੈਣਾ ਇਹ ਲੋਕਾਂ ਦੇ ਨਾਲ। ਮੈਂ ਜਰਾ ਇਸ ਲੈਵਲ ਤੇ ਵੀ ਤੁਹਾਨੂੰ ਉਹਨਾਂ ਨੂੰ ਕਹਿ ਦਿੱਤਾ ਨਾ, ਤੇ ਬਾਅਦ ਚ ਫਿਰ ਮੇਰੀ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਮੈਂ ਮਤਲਬ ਕਿ ਇਸ ਤਰੀਕੇ ਨਾਲ ਹੀ ਹੈਗਾ ਆ, ਮੇਰਾ ਦਿਲ ਮੈਨੂੰ ਨਹੀਂ ਲੱਗਦਾ ਵੀ ਜਿਹੜਾ ਮੇਰੇ ਲੋਕੀ ਨੈਗੇਟਿਵ ਬੋਲ ਰਿਹਾ ਵੀ ਮੇਰਾ ਕਈ ਵਾਰ ਜੀ ਕਰਦਾ ਮੈਂ ਉਹਨਾਂ ਨਾਲ ਵੀ ਗੱਲ ਕਰਕੇ ਤੇ ਉਹਨਾਂ ਨੂੰ ਪੁੱਛਾਂ ਵੀ ਕਿਉਂ ਤੁਹਾਨੂੰ ਨੈਗੇਟਿਵ ਲੱਗਦਾ ਹੈਗਾ ਨਾ, ਵੀ ਤੁਹਾਨੂੰ ਕਿਉਂ ਐਵੇਂ ਲੱਗਦਾ ਹੈਗਾ, ਤੇ ਮੈਂ ਉਹਨਾਂ ਨੂੰ ਗੱਲ ਕਰਕੇ ਮੈਂ ਕਿਹਾ ਗੱਲ ਠੀਕ ਹੈ, ਬਟ ਇੱਥੇ ਬਹੁਤ ਸਾਰੇ ਮੈਂ ਕਿਹਾ ਬੇਵਕੂਫ ਲੋਕ ਹੈਗੇ ਨੇ ਜਿਹੜੇ ਕੀ ਗੱਲਾਂ ਨੂੰ ਸਮਝਣਗੇ ਨਹੀਂ। ਬਿਲਕੁਲ ਮੈਂ ਕਿਹਾ ਡੈਫੀਨਿਟਲੀ ਸੋ ਆਲ ਟੂਗੇਦਰ ਬਟ ਬਹੁਤ ਵਧੀਆ ਇੱਕ ਮਾਹੌਲ ਹੈਗਾ ਆਪਾਂ ਇਹ ਕਹਿ ਸਕਦੇ ਸਾਰੇ ਵਰਲਡ ਦੇ ਵਿੱਚ ਔਨ ਪੈਸਿਫਿਕ ਵਿੱਚ। ਔਰ ਹੁਣ ਤਾਂ ਜਸਟ ਸਟਾਰਟਿੰਗ ਹੈ, ਆਪਾਂ ਨੂੰ ਪਤਾ ਹੀ ਹੈ ਕਿਉਂਕਿ ਲਾਸਟ ਟਾਈਮ ਜਿਹੜੀ ਜਦੋਂ ਮੇਰੀ ਗੱਲ ਹੋਈ ਹੈ ਇਸ ਦੇ ਨਾਲ ਆਈ ਥਿੰਕ 28-29 ਦਸੰਬਰ ਨੂੰ ਜਦੋਂ ਵੈਬਿਨਾਰ ਪਲਾਨ ਆਊਟ ਹੋ ਰਿਹਾ ਸੀਗਾ, ਤੇ ਉਹੀ ਇਹੀ ਗੱਲ ਹੋ ਰਹੀ ਸੀਗੀ ਵੀ ਆਪਾਂ ਕਰ ਗਏ ਆ ਸਾਰਾ ਕੁਝ। ਔਰ ਉਹ ਵੀ ਬੜਾ ਪ੍ਰਾਊਡ ਫੀਲ ਕਰਦਾ ਕਿ ਯਾਰ ਆਪਾਂ ਕਰ ਗਏ, ਮਤਲਬ ਕਿ ਨਾ ਆਪਾਂ ਗੁਰਸਵਿੰਦਰ ਵੀ ਡਿਡ ਇਟ, ਮਤਲਬ ਕਿ ਹਨਾ ਉਹ ਈਵਨ ਮੈਂ ਇਸ ਨੂੰ ਕਹਿੰਦਾ ਮੈਂ ਮਤਲਬ ਕਿ ਮੈਂ ਤੈਨੂੰ ਖੁਦ ਕਹਿਣਾ ਯਾਰ ਤੂੰ ਕਰ ਗਿਆ, ਮਤਲਬ ਕਿ ਤੁਸੀਂ ਇੰਨਾ ਕੁਛ। ਔਰ ਮੈਨੂੰ ਪਤਾ ਕੀ ਹੋਇਆ, ਬਹੁਤ ਸਾਰੀ ਗੱਲਾਂ ਇਹੋ ਜਿਹੀਆਂ ਸ਼ਾਇਦ ਫਿਊਚਰ ਤੁਹਾਨੂੰ ਦੱਸਾਂ ਮੈਂ, ਮਤਲਬ ਪਿਛਲੇ 2021 ਦਾ ਬਹੁਤ ਕੁਛ ਹੈ, ਇੰਨਾ ਅਗਲੀ ਹੋਇਆ ਤੁਸੀਂ ਸੋਚ ਨਹੀਂ ਪਾਓਗੇ। ਔਰ ਮੈਂ ਤਾਂ ਬਹੁਤ ਕੌਨਫੀਡੈਂਟ ਹੁੰਦਾ ਵੀ ਯਾਰ ਇੱਕ ਆਦਮੀ ਐਸ਼ ਵਰਗਾ ਹੀ ਇਹ ਚੀਜ਼ਾਂ ਐਕਚੁਅਲੀ ਕਰ ਸਕਦਾ ਸੀ, ਇੱਕ ਐਸ਼ ਵਰਗਾ CEO ਹੀ ਇੰਨਾ ਬੋਲਡ, ਇੰਨਾ ਇਹ ਉਹ ਆਦਮੀ ਹੈ ਐਸ਼ ਮੁਫਾਰੇ ਜਿਹੜਾ ਕਿ ਇਸ ਲੈਵਲ ਦੀ ਉਹਦੇ ਵਿੱਚ ਪੋਜ਼ਿਟਿਵਿਟੀ ਹੈ, ਇਸ ਲੈਵਲ ਦੀ ਉਹਦੇ ਵਿੱਚ ਗਟਸ ਹੈਗੇ ਨੇ ਵੀ ਉਹ ਇਹ ਚੀਜ਼ਾਂ ਨੂੰ ਹੈਂਡਲ ਕਰ ਗਿਆ। 2021 ਦੇ ਵਿੱਚ ਬਹੁਤ ਕੁਝ ਐਸਾ ਹੋਇਆ ਹੈ ਨਾ। ਔਰ ਮੇਰੇ ਨਾਲ ਉਹਨੇ ਬਹੁਤ ਸਾਰੀ ਚੀਜ਼ਾਂ ਚਲੋ ਸ਼ੇਅਰ ਵੀ ਕੀਤੀਆਂ, ਕਿੰਨਾ ਦੁਖੀ ਸੀਗਾ ਇੱਕ ਵਾਰ ਤਾਂ ਉਹ ਬਹੁਤ ਕੁਝ ਇੰਡੀਆ ਤੋਂ ਵੀ ਦੁਖੀ ਸੀਗਾ ਉਹ ਨੋ ਡਾਊਟ, ਬਹੁਤ ਜ਼ਿਆਦਾ ਦੁਖੀ ਸੀਗਾ। ਐਂਡ ਸੋ ਪਰ ਉਹ ਹੈਂਡਲ ਕਰ ਗਿਆ, ਔਰ ਹੈਂਡਲ ਕਰਕੇ ਉਹਨੇ ਚੀਜ਼ਾਂ ਨੂੰ ਹੈਂਡਲ ਕੀਤਾ। ਨਹੀਂ ਤਾਂ ਆਪਾਂ 2021 ਚ we were all set, ਮਈ ਤੱਕ ਆਪਾਂ ਲਾਂਚ ਹੋ ਜਾਣਾ ਸੀ, all set, everything was done ਤੁਸੀਂ ਦੇਖੋ। ਬਟ ਉਹ ਕੁਝ ਚੀਜ਼ਾਂ ਤੇ ਬਟ ਉਹ ਹੈਂਡਲ ਕਰ ਪਾਇਆ, ਤਾਂ ਹੀ ਮੈਂ ਕਈ ਵਾਰ ਬਹੁਤ ਪੋਜ਼ਿਟਿਵ ਹੁੰਦਾ ਇਸ ਤੋਂ ਵੀ ਐਸ਼, ਮਤਲਬ ਕਿ ਯੂ ਆਰ ਟੂ ਸਟਰੋਂਗ। ਇਹ ਸਾਰੇ ਲੋਕਾਂ ਵਾਸਤੇ ਤੇਰੀ ਜੋ ਥਿੰਕਿੰਗ ਹੈਗੀ ਆ ਤੁਹਾਡੀ ਉਹ ਵਾਕਈ ਸਿੱਖਣ ਵਾਲੀ ਹੈਗੀ ਸਾਨੂੰ ਸਾਰਿਆਂ ਨੂੰ। ਦਾ ਵੇ ਉਹ ਨੋ ਡਾਊਟ ਬਹੁਤ ਸਾਰੀਆਂ ਗੱਲਾਂ ਦੱਸਦੇ ਹੁੰਦੇ ਵੀ ਤੁਹਾਡਾ ਫੋਕਸ ਹੋਣਾ ਚਾਹੀਦਾ ਜ਼ਿੰਦਗੀ ਦੇ ਵਿੱਚ, ਯੂ ਹੈਵ ਟੂ ਬੀ ਫੋਕਸ। ਤੁਹਾਡੇ ਲੈਫਟ ਰਾਈਟ ਬਹੁਤ ਕੁਝ ਹੁੰਦਾ ਹੈ, ਬਹੁਤ ਕੁਝ ਹੁੰਦਾ ਰਹਿੰਦਾ ਹੈਗਾ ਡੇਲੀ ਬੇਸ ਤੇ, ਚਾਹੇ ਬਿਜ਼ਨਸ ਲਾ ਲਓ, ਤੁਹਾਡੀ ਫੈਮਿਲੀਜ਼ ਲਾ ਲਓ, ਬਟ ਜੇ ਤੁਸੀਂ ਫੋਕਸ ਹੋ ਕਿਸ ਚੀਜ਼ ਤੇ ਤਾਂ ਤੁਹਾਨੂੰ ਮਤਲਬ ਤੁਸੀਂ ਨਿਗਾਹ ਨਹੀਂ ਹਟਾਉਣੀ, ਮਤਲਬ ਬਿਲਕੁਲ ਸੈਂਟਰ 'ਚ ਨਿਗਾਹ ਰੱਖਣੀ ਹੈ, ਇੱਧਰ ਲੈਫਟ ਰਾਈਟ ਜੋ ਕੁਝ ਹੁੰਦਾ ਹੋਣ ਤੋਂ। ਜਦੋਂ ਤੁਸੀਂ ਸਕਸੈਸਫੁਲ ਹੋਵੋਗੇ ਤੁਹਾਡੇ ਲੋਕੀ ਟੰਗਾਂ ਖਿੱਚਣਗੇ, ਤੁਹਾਨੂੰ ਮਤਲਬ ਕਿ ਡੀਰੇਲ ਕਰਨ ਦੀ ਕੋਸ਼ਿਸ਼ ਕਰਨਗੇ। ਔਰ ਉਹ ਮੈਂ ਦੇਖ ਰਿਹਾ ਐਵੇਂ ਹੁੰਦਾ ਹੈਗਾ, ਪਹਿਲਾਂ ਐਸ਼ ਨੂੰ ਟਾਰਗੇਟ ਕਰਦੇ, ਮੈਨੂੰ ਕਰਦੇ ਹਨ ਟਾਰਗੇਟ, ਦੇਖੋ ਤੁਸੀਂ ਠੀਕ ਹੈ ਨਾ, ਕੱਲ ਦੇਖਿਆ ਹੋਣਾ ਬਹੁਤ ਲੋਕ ਕਰਦੇ ਹੈਗੇ ਟਾਰਗੇਟ। ਔਰ ਬਟ ਆਪਾਂ ਕਿਸੇ ਦਾ ਜਵਾਬ ਦਿੱਤਾ ਕਿਉਂਕਿ ਉਹ ਸਿੱਖ ਲਿਆ ਐਸ਼ ਤੋਂ ਵੀ ਨਹੀਂ ਇਹ ਟਾਰਗੇਟ ਕਰਨਗੇ ਲੋਕੀ। ਤੁਹਾਡੇ ਨਾਲ ਵੀ ਐਂ ਹੋਣਾ ਸਾਰਿਆਂ ਨਾਲ। ਦੇਖੋ ਜਦੋਂ ਤੁਸੀਂ ਹੁਣ ਹੌਲੀ ਸਕਸੈਸਫੁਲ ਹੋਣਾ, ਹੋਰ ਵੀ ਹਾਲੇ ਲੋਕਾਂ ਕੋਲ ਪੈਸੇ ਆਉਣੇ, ਫਾਈਨੈਂਸ਼ੀਅਲ ਫਰੀडम ਜਦੋਂ ਨਾ, ਉਦੋਂ ਵੀ ਹਾਲੇ ਹੋਰ ਲੋਕਾਂ ਨੇ ਟਾਰਗੇਟ ਕਰਨਾ ਕਿ ਅੱਛਾ ਇਹ ਤਾਂ ਐਵੇਂ ਦੇ ਪੈਸੇ ਬੇਕਾਰ ਪੈਸੇ ਕਮਾ ਰਿਹਾ, ਇਹ ਤਾਂ ਇਹ ਕਰ ਰਿਹਾ, ਇਹ ਤਾਂ ਇਹ ਹੈ, ਇਹ ਤਾਂ ਚੋਰ ਹੈ, ਇਹ ਤਾਂ ਪਤਾ ਨਹੀਂ ਇਹਨੂੰ ਕਿਤੇ ਹੋਰ ਹੀ ਪੈਸੇ ਆ ਰਹੇ ਆ, ਸੱਚ ਇਹ ਕੋਈ 2 ਨੰਬਰ ਦਾ ਕੰਮ ਕਰ ਰਿਹਾ। ਇਹ ਲੋਕਾਂ ਨੇ ਹਾਲੇ ਇਹੋ ਜਿਹੀਆਂ ਗੱਲਾਂ ਕਰਨੀਆਂ ਤੁਹਾਡੇ ਬਾਰੇ, ਹਨਾ। ਸੋ ਬਟ ਫੋਕਸ ਨਹੀਂ ਛੱਡਣਾ ਆਪਾਂ। ਮੈਂ ਇਸ ਗੱਲ ਦਾ ਆਪਾਂ ਧਿਆਨ ਹਮੇਸ਼ਾ ਰੱਖੀਏ ਕਿ ਆਪਾਂ ਏਡੀ ਵੱਡੀ ਕੰਪਨੀ ਦੇ ਫਾਊਂਡਰ ਆ, ਸੋ ਫਾਊਂਡਰ ਮੀਨ ਸਮਥਿੰਗ। ਫਾਊਂਡਰ ਇੱਕ ਐਵੇਂ ਨਹੀਂ, ਆਪਾਂ ਫਾਊਂਡਰ ਦਾ ਆਪਾਂ ਰੀਅਲ ਜੋ ਟਰਮਸ ਦੇ ਵਿੱਚ ਉਸ ਚੀਜ਼ ਨੂੰ ਆਪਾਂ ਡਿਫਾਈਨ ਕਰਨਾ, ਤਾਂ ਉਹ ਫਾਊਂਡਰ ਦਾ ਮਤਲਬ ਕਿ ਆਪਾਂ ਚੀਜ਼ ਨੂੰ ਬਣਾ ਰਹੇ ਹਾਂ ਔਰ ਆਪਾਂ ਹੀ ਉਸ ਬਣਦੀ ਹੋਈ ਚੀਜ਼ ਦੇ ਨਾਲ ਆਪਾਂ ਇੱਕ ਮਿਸਟਰ ਐਸ਼ ਮੁਫਾਰਾ ਉਹਦਾ ਸਾਥ ਦੇ ਰਹੇ ਹਾਂ ਕਿ ਯੈਸ ਐਸ਼ ਅਸੀਂ ਤੁਹਾਡੇ ਨਾਲ ਆ, ਔਰ in any circumstances ਤੇਰੇ ਬਿਲਕੁਲ ਨਾਲ ਦੇ ਨਾਲ ਖੜੇ ਆ, ਮੋਢਾ ਜੋੜ ਕੇ ਹੱਥ ਨਾਲ ਫੜ ਕੇ, ਔਰ ਤੈਨੂੰ ਪੂਰੀ ਪਾਵਰ ਦੇ ਰਹੇ ਕਿ ਤੂੰ ਬਣਾ ਇਸ ਚੀਜ਼ ਨੂੰ, ਤਾਂ ਕਿ ਇਹ ਜੋ ਤੂੰ ਸੁਪਨਾ ਸੋਚ ਦੇਖਿਆ ਸਾਰੀ ਦੁਨੀਆ ਨੂੰ ਐਜ਼ ਅ ਫਾਈਨੈਂਸ਼ੀਅਲ ਫਰੀडम ਦੇਣ ਦਾ, ਉਹ ਤੂੰ ਸਕਸੈਸਫੁਲ ਹੋ ਸਕੇ। ਇਹ ਨਹੀਂ ਕਿ ਅਸੀਂ ਲੋਕਾਂ ਨੂੰ ਲੱਤਾਂ ਖਿੱਚਦੇ, ਅਸੀਂ ਤੈਨੂੰ ਐਮਪਾਵਰ ਕਰ ਰਹੇ ਹਾਂ, ਅਸੀਂ ਤੈਨੂੰ ਉਸ ਚੀਜ਼ ਨੂੰ ਕਰ ਰਹੇ ਹਾਂ ਕਿ ਯੈਸ ਮੇਕ ਇਟ। ਕਮ ਸੇ ਕਮ ਜਦੋਂ ਤੂੰ ਬਣਾ ਦੇਗਾ, ਲੈਟ ਇਟ ਬੀ ਐਨੀ ਟਾਈਮ, ਕੋਈ ਵੀ ਟਾਈਮ ਹੋ, ਸਾਨੂੰ ਉਹਦਾ ਕੋਈ ਮਤਲਬ ਨਹੀਂ ਹੈਗਾ, ਪਰ ਉਸ ਟਾਈਮ ਤੱਕ ਕਮ ਸੇ ਕਮ ਆਪਣੀ ਵੀ ਤੇ ਪਲੱਸ ਸਾਰੇ ਲੋਕਾਂ ਦੀ ਵੀ ਇੱਕ ਲਾਈਫ ਚੇਂਜ ਹੋ ਜਾਏਗੀ, ਠੀਕ ਹੈ। ਸੋ ਇਸ ਕਰਕੇ ਆਪਾਂ ਸਾਰੇ ਸਾਥ ਦੇ ਰਹੇ ਹਾਂ, ਔਰ ਮੈਂ ਤਾਂ
ਲੋਕਾਂ ਸਭ ਨੂੰ ਕਹਿੰਦਾ ਵੀ ਅਸੀਂ ਤਾਂ ਦਿੰਦੇ ਰਵਾਂਗੇ ਚਾਹੇ ਜੋ ਮਰਜ਼ੀ ਹੋ ਜਾਏ, ਮੇਰੇ ਵੱਲੋਂ ਤਾਂ ਚਾਹੇ ਔਨ ਪੈਸੇ ਹੋਰ 2 ਸਾਲ ਲੱਗ ਕੇ ਲਾਂਚ ਹੋ ਜਾਵੇ, ਸਟਿਲ ਮੈਂ ਤਾਂ ਸਾਥ ਦਿੰਦਾ ਰਹਾਂ, ਕਿਉਂਕਿ ਆਫਟਰ ਕਿਸੇ ਨੇ ਤਾਂ ਸੋਚਿਆ ਨਾ ਐਵੇਂ ਸਾਡੇ ਸਾਰਿਆਂ ਵਾਸਤੇ। ਬਿਲਕੁਲ ਜ਼ਬਰਦਸਤ ਦੈਟਸ ਗੁੱਡ ਕਿ ਆਪਾਂ ਸਾਰੇ ਇਕੱਠੇ ਹੈਗੇ ਨਾਲ ਹੈ, ਐਂਡ ਵਾਕਈ ਕਦੀ ਆਵਾਂਗੇ ਪਾਕਿਸਤਾਨ ਜ਼ਰੂਰ ਮਿਲਾਂਗੇ ਤੁਹਾਨੂੰ। ਬਿਲਕੁਲ ਇਨਸ਼ਾਅੱਲਾ ਜੀ, ਮੈਂ ਤਾਂ ਤੁਹਾਨੂੰ ਪਹਿਲੇ ਵੀ ਇਨਵਾਈਟ ਕੀਤਾ ਸੀ, ਮੈਂ ਤੁਹਾਡੀ ਮਸੂਲੀਅਤ ਤੇ ਤੁਸੀਂ ਆ ਨਹੀਂ ਸਕੇ, ਮੈਂ ਐਟਲੀਸਟ ਅਸੀਂ ਬਾਗਾ ਬਾਰਡਰ ਆ ਜਾਂਦੇ, ਅਸੀਂ ਮੁਲਾਕਾਤ ਹੋ ਜਾਂਦੀ ਸਾਡੀ, ਤੇ ਬਾਕੀ ਆਪਾਂ ਪਲਾਨ ਆਊਟ ਕੀਤਾ ਸੀ ਬਟ ਪਤਾ ਨਹੀਂ ਹੋਇਆ। ਬਲਕਿ ਮੈਂ ਵੈਬਿਨਾਰ ਦੇ ਸ਼ੁਰੂ ਚ ਇਹੀ ਗੱਲ ਕਰ ਰਿਹਾ ਸੀ ਕਿ ਜ਼ਿੰਦਗੀ 'ਚ ਕੋਈ ਵੀ ਬਿਜ਼ਨਸ ਮਾਡਲ ਹੈ, ਉਹਦੇ 2 ਸ਼ਾਮਾਂ ਦੀ ਲੋੜ ਹੁੰਦੀ ਹੈ, ਇੱਕ ਪੋਜ਼ਿਟਿਵ ਅਪਰੋਚ, ਦੂਸਰਾ ਰਾਈਟ ਟਾਈਮ ਤੇ ਰਾਈਟ ਡਿਸੀਜਨ। ਅਗਰ ਪੋਜ਼ਿਟਿਵ ਅਪਰੋਚ ਵੀ ਹੋਵੇ ਤੇ ਤੁਸੀਂ ਸਕੈਮ ਕੰਮਾਂ ਤੇ ਪੈਸਾ ਲਾ ਦੋ ਤਾਂ ਇਹ ਵੀ ਸਹੀ ਨਹੀਂ ਹੁੰਦਾ, ਤੁਹਾਨੂੰ ਡਿਸੀਜਨ ਸੋਚਣਾ ਪੈਂਦਾ ਹੈ। ਜਿਸ ਤਰ੍ਹਾਂ ਤੁਸੀਂ ਕਿਹਾ ਸੀ ਕਿ ਤੁਸੀਂ ਐਸ਼ ਦਾ ਜਿਹੜਾ ਵਿਜ਼ਨ ਹੈ, ਜਿਸ ਤਰ੍ਹਾਂ ਐਸ਼ ਟਰਾਂਸਪੇਰੈਂਟ ਹੈ, ਇਸ ਤਰ੍ਹਾਂ ਮੈਂ ਵੀ ਇਹੀ ਚੀਜ਼ਾਂ ਦੇਖੀਆਂ, ਇਹੀ ਚੀਜ਼ਾਂ ਜੱਜ ਕੀਤੀਆਂ, ਤੇ ਮੈਂ ਫਿਰ ਔਨ ਪੈਸੇ ਜੁਆਇਨ ਕੀਤੀ ਸੀ। ਤੇ ਬਾਕੀ ਇੱਕ ਹੋਰ ਗੱਲ ਹੈ ਕਿ ਸਾਨੂੰ ਸਿਰਫ ਪੋਜ਼ਿਟਿਵ ਅਪਰੋਚ ਸਿਰਫ ਕੰਮ ਜੁਆਇਨ ਕਰਨ ਵਾਸਤੇ ਨਹੀਂ ਚਾਹੀਦੀ, ਇਸ ਤਰ੍ਹਾਂ ਹੋਰ ਉਸ ਤੋਂ ਬਾਅਦ ਹੋਰ ਇਮਤਿਹਾਨ ਬੜੇ ਹੁੰਦੇ ਨੇ। ਮਿਸਾਲ ਦੇ ਤੌਰ ਤੇ ਜ਼ਿੰਦਗੀ 'ਚ 2 ਬੜੇ ਮਕਸਦ ਨੇ, ਮੈਂ ਸਮਝਦਾ ਕਿ 2 ਮਕਸਦ ਹੁੰਦੇ, ਇੱਕ ਵੱਡਾ ਮਕਸਦ ਹੁੰਦਾ ਹੈ ਕਿ ਤੁਸੀਂ ਗੋਲ ਅਚੀਵ ਕਰਨਾ ਹੈ, ਜੈਸਾ ਕਿ ਔਨ ਪੈਸਿਵ ਅਸੀਂ ਅਚੀਵ ਕਰਨਾ ਹੈ। ਦੂਸਰਾ ਹੈ ਛੋਟੇ ਛੋਟੇ ਮਕਸਦ ਕਿ ਤੁਸੀਂ ਛੋਟੀ ਛੋਟੀ ਲੜਾਈਆਂ ਲੜ ਲਓ, ਗਰੁੱਪ ਬਣਾ ਲਓ, ਟੀਮਾਂ ਬਣਾ ਲਓ, ਉਹਨੇ ਇਹ ਕਹਿਤਾ ਇਹਨੇ ਇਹ ਕਹਿਤਾ। ਹੁਣ ਤੁਹਾਡੇ ਤੋਂ ਡਿਪੈਂਡ ਕਰਦਾ ਹੈ, ਤੁਸੀਂ ਵੱਡਾ ਮਕਸਦ ਅਚੀਵ ਕਰਨ ਵਾਸਤੇ ਛੋਟੀ ਛੋਟੀ ਜਿਹੜੇ ਮਕਸਦ ਨੇ ਉਹਨਾਂ ਨੂੰ ਇਗਨੋਰ ਕਰ ਦਿਓ ਤੇ ਅੱਗੇ ਵੱਧ ਜਾਓ, ਜਾਂ ਫਿਰ ਛੋਟੇ ਛੋਟੇ ਮਕਸਦ ਹੀ ਉਲਝ ਜਾਓ ਤੇ ਵੱਡਾ ਮਕਸਦ ਭੁੱਲ ਜਾਓ, ਤੇ ਤੁਹਾਡਾ ਆਪਣਾ ਨੁਕਸਾਨ ਹੈ। ਤੇ ਮੇਰੀ ਤਾਂ ਸੋਚ ਹੈ ਕਿ ਸਾਨੂੰ ਇੱਕ ਪੋਜ਼ਿਟਿਵ ਅਪਰੋਚ ਹੋਣੀ ਚਾਹੀਦੀ ਹੈ। ਇਹਦੇ 'ਚ ਸਭ ਤੋਂ ਅਗਰ ਤੁਸੀਂ ਅਸਲੀ ਸਾਰੀ ਮੈਜੋਰਿਟੀ ਪੀਪਲ ਇੱਧਰ ਪੁਰਾਣੇ ਜਿਹੜੇ ਸਾਬਕਾ ਮਾਡਲ ਨੇ, ਉਹ MLM ਨੈਟਵਰਕਿੰਗ, ਉਸ ਤੋਂ ਬਾਹਰ ਹੀ ਨਹੀਂ ਨਿਕਲ ਪਾਏ। ਉਹਨੇ 'ਚ ਹੁੰਦਾ ਸੀ ਟੀਮ ਹੁੰਦੀ ਸੀ ਤੇ ਉਹਨਾਂ ਦੀ ਗਰੁੱਪ ਬੰਦੀਆਂ ਹੁੰਦੀ ਸੀ, ਲੇਕਿਨ ਔਨ ਪੈਸੇ ਕੁਆਇਟਲੀ ਡਿਫਰੈਂਟ ਹੈ। ਇਹਦੇ 'ਚ ਜਿਹੜੀ ਅਗਰ ਮੈਂ ਗੱਲ ਕਰਾਂ ਆਪਣੇ ਪਾਕਿਸਤਾਨ ਦੀ, ਤੇ ਇਹਦੇ ਜਿਹੜੇ ਮੇਰੇ ਗਰੁੱਪ ਜਿਹੜੇ 80% ਤੋਂ ਲੋਕ ਜਿਹੜੇ ਮੇਰੀ ਟੀਮ ਦੇ ਹੈ ਹੀ ਨਹੀਂ, ਤੇ ਮੈਂ ਬਕਾਇਦਾ ਉਹਨਾਂ ਨੂੰ ਅਨਾਉਂਸ ਕੀਤਾ ਹੈ ਕਿ ਇੱਥੇ ਕੋਈ ਵੀ ਟੀਮ ਦੀ ਗੱਲ ਨਹੀਂ ਕਰੇਗਾ, ਇਹ ਸਾਡੀ ਪਾਕਿਸਤਾਨ ਟੀਮ ਹੈ। ਅਸੀਂ ਪਾਕਿਸਤਾਨ ਦੀ ਪਲੇਟਫਾਰਮ ਇੱਕ ਇਕੱਠਾ ਕਰਨਾ ਲੋਕਾਂ ਨੂੰ, ਤੇ ਇਹਦੇ ਕਾਰਪੋਰੇਟ ਆਫਿਸ ਓਪਨ ਕਰਨਾ, ਤੇ ਮੇਰਾ ਵਿਜ਼ਨ ਹੈ ਹੀ ਹੈ। ਤੇ ਮੇਰੀ ਹਮੇਸ਼ਾ ਸੋਚ ਰਹੀ ਹੈ ਕਿ ਐਸੀ ਸੋਚ ਨੂੰ ਲੈ ਕੇ ਅੱਗੇ ਲੈ ਕੇ ਆਇਆ ਜਾਏ, ਤੇ ਬਾਕੀ ਕਿਸੇ ਵੀ ਇਸ ਤਰ੍ਹਾਂ ਦੀ ਐਕਟੀਵਿਟੀ ਦਾ ਮੈਂ ਹਿੱਸਾ ਨਾ ਬਣਾ। ਤੇ ਬਾਕੀ ਸਰ ਵਸੀਮ ਜੀ ਦੇਖੋ ਉਹੀ ਗੱਲ, ਅੱਜ ਤੁਸੀਂ ਮੇ ਵੀ ਪਾਕਿਸਤਾਨ ਥੋੜੇ ਹੋਣਗੇ, ਮੇ ਵੀ ਮੈਨੂੰ ਲੱਗਦਾ ਕਿਰਪਾ ਆਈ ਡੋਂਟ ਨੋ ਕਿੰਨੇ 100 ਲੋਕ ਹੋਣਗੇ, 150 ਹੋਣਗੇ, 50 ਹੋਣਗੇ, ਆਈ ਡੋਂਟ ਨੋ, ਬਟ ਇਹ ਤੁਸੀਂ ਦੇਖਿਓ ਲੋਕੀ ਤੁਹਾਡੀ ਮਿਸਾਲਾਂ ਦੇਣਗੇ, ਤੁਹਾਡੀ ਮਤਲਬ ਕਿ ਯਾਰ ਤੁਸੀਂ ਸਾਨੂੰ ਕਿਉਂ ਨਹੀਂ ਦੱਸਿਆ, ਤੁਹਾਡੇ ਫਰੈਂਡਸ, ਤੁਹਾਡੇ ਜਾਂ ਹੋਰ ਲੋਕ ਕਿਹੜੇ ਜਾਣ ਨਾਲ, ਜਸਟ ਹਾਲੇ ਮਤਲਬ ਕਿ ਔਨ ਪੈਸੇ ਤਾਂ ਸ਼ੁਰੂ ਹੋ ਰਹੀ ਹੈ। ਮੈਂ ਤਾਂ ਹਮੇਸ਼ਾ ਕਹਿੰਦਾ ਇਟਸ ਜਸਟ ਅ ਬਿਗਨਿੰਗ, ਮਤਲਬ ਕਿ ਔਨ ਪੈਸੇ ਵਾਲੇ ਸ਼ੁਰੂ ਹੋ ਰਹੀ ਆ। ਹਾਲੇ ਜਦੋਂ ਲੋਕਾਂ ਦੀ ਜੇਬਾਂ ਦੇ ਵਿੱਚ ਪੈਸੇ ਆਉਣੇ ਸ਼ੁਰੂ ਹੋਵੇ ਤਾਂ ਉਦੋਂ ਦੇਖਿਓ ਕਿਸ ਤਰੀਕੇ ਨਾਲ ਇਸ ਨੇ ਫੈਲਣਾ ਹੈ, ਪਾਕਿਸਤਾਨ ਕੀ ਇੰਡੀਆ ਕੀ ਸਭ ਜਗ੍ਹਾ ਦੇ ਉੱਤੇ, ਠੀਕ ਹੈ ਨਾ। ਤਾਂ ਉਦੋਂ ਲੋਕਾਂ ਨੇ ਕਹਿਣਾ ਵੀ ਯਾਰ ਮਤਲਬ ਤੁਸੀਂ ਯਾਰ ਬਹੁਤ ਲੱਕੀ ਹੋ, ਤੁਸੀਂ ਲੱਕੀ ਇਸ ਕਰਕੇ ਤੁਸੀਂ ਵਿਸ਼ਵਾਸ ਕੀਤਾ, ਐਕਚੁਅਲੀ ਤੁਸੀਂ ਉਹ ਵਿਜ਼ਨ ਨੂੰ ਦੇਖ ਲਿਆ। ਔਰ ਹੁਣ ਵੀ ਮੈਂ ਕਹਿੰਦਾ ਤੁਸੀਂ ਆਲ ਆਊਟ ਮਤਲਬ ਜਾਓ, ਤੁਸੀਂ ਸਾਰੇ ਇੱਕ ਵਾਰ ਦੱਸੋ ਲੋਕਾਂ ਨੂੰ ਵੀ ਦਿਸ ਇਜ਼ ਔਨ ਪੈਸੇ, ਦਿਸ ਆਂਦਾ ਨਹੀਂ ਆਂਦਾ ਦੈਟ ਇਜ਼ ਅ ਡਿਫਰੈਂਟ ਮੈਟਰ, ਉਹ ਉਸਨੇ ਖੁਦ ਦੇਖਣਾ ਹੈ ਲੋਕਾਂ ਨੇ, ਠੀਕ ਹੈ ਨਾ। ਬਟ ਇੱਕ ਵਾਰ ਦੱਸ ਦੋਗੇ ਤਾਂ ਉਹ ਏਦਾਂ ਹੀ ਅਸੀਂ ਇੰਡੀਆ 'ਚ ਕੀਤਾ, ਬੜੀ ਇੱਕ ਸਿਸਟਮੈਟਿਕ ਅਪਰੋਚ ਨਾਲ ਮੈਂ ਲੈਕਚਰ। ਹੁਣ ਅੱਜ ਮੈਨੂੰ ਕਈ ਵਾਰ ਲੋਕੀ ਸਰ ਤੁਹਾਡੀ ਤਾਂ ਟੀਮ ਹੀ 5.5 ਲੱਖ ਬੰਦਾ ਤੁਹਾਡੇ ਨਾਲ ਜੁੜ ਗਿਆ ਜੀ, ਬਹੁਤ। ਮੈਂ ਕਿਹਾ ਇਹ ਹਾਲੇ ਜਸਟ ਬਿਗਨਿੰਗ ਹੈ, ਇਹ ਹਾਲੇ 5 ਸੇਲ ਹੈ, ਠੀਕ ਹੈ। ਅਸੀਂ ਉਦੋਂ ਕਿਉਂਕਿ ਅਸੀਂ ਪਲਾਨ ਆਊਟ ਕੀਤਾ, ਮੈਂ ਵਿਸ਼ਵਾਸ ਸੀਗਾ ਤੇ ਕਰਕੇ ਦੂਸਰੇ ਬੰਨੇ ਇਹ ਵੀ ਹੋ ਸਕਦਾ ਵੀ ਠੀਕ ਹੈ ਦੇਖਦੇ ਹਾਂ ਮਤਲਬ ਕੀ ਕਿਸ ਤਰੀਕੇ ਨਾਲ, ਇਹ ਵੀ ਤਾਂ ਹੋ ਸਕਦਾ ਸੀਗਾ। ਤੇ ਉਦੋਂ ਫਿਰ ਲੋਕਾਂ ਨੇ ਜਿਨ੍ਹਾਂ ਨੇ ਸਮਝ ਜਾਣਾ ਸੀ ਉਹਨਾਂ ਨੇ ਤਾਂ ਆਉਣਾ ਹੀ ਆਉਣਾ ਸੀਗਾ, ਠੀਕ ਹੈ ਨਾ। ਬਟ ਕਿਉਂਕਿ ਉਹ ਚੀਜ਼ ਅੱਜ ਪਾਕਿਸਤਾਨ 'ਚ ਵੀ ਇਹੀ ਹੈ, ਤੁਸੀਂ ਸਮਝੇ ਇਟ ਡਜ਼ਨਟ ਮੈਟਰ ਕਿ ਤੁਸੀਂ ਕਿਹੜੀ ਟੀਮ ਹੈ, ਟੀਮ ਵਾਲਾ ਤਾਂ ਰੌਲਾ ਹੀ ਨਹੀਂ ਇਹਦੇ ਵਿੱਚ ਕੋਈ। ਜੇ ਆਪਾਂ ਗੱਲ ਕਰੀਏ ਨਾ, ਮੈਂ ਇੰਡੀਆ 'ਚ ਵੀ ਕਹਿੰਦਾ, ਮੈਂ ਕਿਹਾ ਇਹ ਕੋਈ ਟੀਮ ਨਹੀਂ ਮੇਰੀ, ਮੇਰੇ ਵਾਸਤੇ ਸਾਰੇ ਬਰਾਬਰ ਆ, ਕੋਈ ਟੀਮ ਨਹੀਂ ਹੈਗੀ। ਮੈਂ ਚਾਹੇ ਸਾਡੇ ਕੋਲ ਹੋਰ ਵੀ ਬਹੁਤ ਲੋਕ ਨੇ ਜਿਹੜੇ ਕਿ ਜੁਆਇਨ ਹੋਏ ਹੋਏ, ਆਲਮੋਸਟ 50-60 ਹਜ਼ਾਰ ਲੋਕ ਹੋਰ ਹੋਣਗੇ ਇੰਡੀਆ ਦੇ ਵਿੱਚ, 70 ਹਜ਼ਾਰ ਹੋਣਗੇ, ਮੇਬੀ ਲੱਖ ਹੋਣਗੇ ਜਿਹੜੇ ਕਿ ਸਾਡੀ ਟੀਮ ਦੇ ਵੀ ਨਹੀਂ ਹੈ, ਬਟ ਉਹ ਵੀ ਮੇਰੇ ਨਾਲ ਅੱਜ ਇੰਨਾ ਜੁੜੇ ਹੁੰਦੇ, ਉਹ ਵੀ ਸਾਡੇ ਵੈਬਿਨਾਰ 'ਚ ਪਾਰਟ ਲੈਂਦੇ ਸਾਰੇ। ਤਾਂ ਮੈਂ ਕਿਹਾ ਇਸ ਕਰਕੇ ਕੋਈ ਟੀਮ ਨਹੀਂ, ਦਿਸ ਇਜ਼ ਅ ਵਨ ਟੀਮ, ਵਨ ਮਿਸ਼ਨ, ਵਨ ਔਨ ਪੈਸਿਵ। ਆਪਾਂ ਸਾਰੇ ਇਕੱਠੇ ਹਾਂ, ਚਾਹੇ ਕੋਈ ਵੀ ਕੰਟਰੀ ਦਾ ਹੈ। ਔਰ ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ, ਅੱਜ ਜਿੰਨੇ ਵੀ ਤੁਸੀਂ ਨਾ ਲੀਡਰ ਦੇਖਦੇ ਹੋ, ਜਿੰਨੇ ਫੋਰਨ ਦੇ, ਚਾਹੇ ਮਾਰਟੀ ਡਿਗਮ ਹੋ ਜਾਏ, ਮਾਈਕ ਐਲਿਸ ਹੋ ਗਿਆ, ਜਾਂ ਰੈਡ ਰੈਫਰਮ ਹੋ ਗਿਆ, ਮਰੀਨਾ ਹੋ ਗਈ, ਸਾਰਿਆਂ ਨੇ ਮੇਰੇ ਨਾਲ ਆਈਡੀ ਲਾਈ ਹੋਈ ਹੈ। ਤੁਸੀਂ ਜਾਣ ਕੇ ਹੈਰਾਨ ਹੋ, ਸਾਰਿਆਂ ਨੇ, ਠੀਕ ਹੈ ਨਾ।
हाँ मतलब सारे भी यार नहीं ये बड़ी टीम है यार इधर स्पिल हो रही है सारा कुछ आएगा ठीक है ना सो कहने ਦਾ ਮਤਲਬ ਹੈ ਉਹ ਚੀਜ਼ਾਂ ਨੂੰ ਕੀਤਾ ਆਪਾਂ ਸੋ ਇਸ ਕਰਕੇ ਇੱਕ ਟੀਮ ਹੈਗੇ ਆ ਉਹ ਹਰੇਕ ਨੂੰ ਲੱਗਦਾ ਵੀ ਯਾਰ ਇਹ ਨਾ ਇਵਨ ਐਸ਼ ਨੂੰ ਵੀ ਪਤਾ ਕਿ ਯਾਰ ਜੋ ਕੰਮ ਤੁਸੀਂ ਕਰਕੇ ਆ ਮਤਲਬ ਕਿ ਤੁਸੀਂ ਕਰਕੇ ਏਡਾ ਵੱਡਾ ਔਰ ਐਸ਼ ਨੇ ਵੀ ਕਿਹਾ ਆਲਮੋਸਟ 50% ਆਫ ਔਨ ਪੇ ਆਪਾਂ ਹੀ ਚੱਕੀ ਫਿਰਦੇ ਆ ਪਾਕਿਸਤਾਨ ਔਰ ਇੰਡੀਆ ਵਾਲੇ ਚਲੋ ਇੱਕ ਹਿਸਾਬ ਤੇ ਠੀਕ ਹੈ ਨਾ ਏਡੀ ਵੱਡੀ ਆਪਾਂ ਮਾਰਕੀਟ ਕ੍ਰੀਏਟ ਕਰਤੀ ਔਰ ਦਿਸ ਇਜ਼ ਜਸਟ ਅ ਬਿਗਨਿੰਗ ਹਾਲੇ ਵੀ ਹਾਲੇ ਕਰੋੜਾਂ ਲੋਕਾਂ ਨੇ ਆਉਣਾ ਹਾਲ ਤੁਸੀਂ ਦੇਖੋ ਪਾਕਿਸਤਾਨ ਚ ਜੇ ਤੁਹਾਨੂੰ ਅੱਜ ਤੋਂ 1 ਸਾਲ ਬਾਅਦ ਪਤਾ ਲੱਗੂਗਾ ਵੀ ਤੁਸੀਂ ਮਤਲਬ ਕਿ ਲੱਖਾਂ ਚ ਹੋ ਗਏ ਕਿਉਂਕਿ ਮਲਟੀਪਲੀਕੇਸ਼ਨ ਹੋਣੀ ਹੈ ਪੈਸਾ ਆ ਕੇ ਜੋ ਲੋਕਾਂ ਨੇ ਤੁਹਾਡਾ ਲਾਈਫ ਸਟਾਈਲ ਦੇਖਣਾ ਤੁਹਾਡੀਆਂ ਗੱਲਾਂ ਦੇਖਣੀਆਂ ਤੁਹਾਨੂੰ ਪਾਕਿਸਤਾਨ ਦੇ ਵਿੱਚ ਐਡਵਰਟਾਈਜ਼ਮੈਂਟਸ ਦੇਖਣਾ ਹੈ ਤੁਹਾਨੂੰ ਲੋਕਾਂ ਨੇ ਤੁਹਾਡੇ ਸ਼ਹਿਰਾਂ ਦੇ ਵਿੱਚ ਤੁਹਾਡੀ ਐਡਵਰਟਾਈਜ਼ਮੈਂਟ ਦੇਖਣਗੇ ਉਹ ਤੁਹਾਨੂੰ ਪਹਿਚਾਨਣਗੇ ਲੋਕ ਵੀ ਉਹ ਇਹ ਮਤਲਬ ਕਿ ਇਹ ਤਾਂ ਆਪਣੇ ਬੰਦੇ ਨੇ ਸੋ ਉਦੋਂ ਲੋਕੀ ਭੱਜ ਕੇ ਇੱਧਰ ਆਉਣਗੇ ਸੋ ਇਹ ਹਾਲੇ ਜਸਟ ਬਿਗਨਿੰਗ ਹੈ ਮੈਂ ਹਾਲੇ ਵੀ ਬਹੁਤ ਇੰਡੀਆ ਚ ਵੀ ਕਰਨਾ ਪਿਆ ਜਸਟ ਬਿਗਨਿੰਗ 5-6 ਲੱਖ ਕੁਝ ਵੀ ਗੱਲ ਨਹੀਂ ਹੈਗੀ ਕਰੋੜਾਂ ਚ ਜਾਣੇ ਹੈਗੇ ਲੋਕ ਕਰੋੜਾਂ ਲੋਕਾਂ ਨੂੰ ਆਪਾਂ ਇਨਫਲੂਐਂਸ ਕਰਨਾ ਹਾਲੇ ਸੋ ਮੈਂ ਈਵਨ ਕਿ ਆਪਣੇ ਬਾਕੀ ਕੌਸ਼ਿਕ ਨਾਲ ਵੀ ਨੀਰਜ ਨਾਲ ਵੀ ਦਿਨੇਸ਼ ਨਾਲ ਜੱਸੀ ਨਾਲ ਗੱਲ ਕਰੀ ਇਹਨੂੰ ਹੁਣ ਟਾਈਮ ਹੈਗਾ ਆ ਆਪਾਂ ਇਹਨੂੰ ਪ੍ਰੋਪਰ ਵੇ ਨਾਲ ਲੈ ਕੇ ਚੱਲੀਏ ਔਨ ਪੈਸੇ ਨੂੰ ਆਪਣੇ ਕੰਟਰੀਜ਼ ਦੇ ਵਿੱਚ ठीक है ना क्योंकि हुण की होना हुण बहुत तेजी ਨਾਲ ਕੰਮ ਚੱਲਣਾ ਲੋਕਾਂ ਕੋ ਪੈਸੇ ਆ ਰਹੇ ਹੋਣਗੇ ਟੀਮਸ ਡਿਵੈਲਪ ਹੋ ਰਹੀਆਂ ਹੋਣਗੀਆਂ ਨਵੇਂ ਲੀਡਰਸ ਆ ਰਹੇ ਹੋਣਗੇ ਉਹ ਲੀਡਰਸ ਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ ਆ ਆਊਟ ਆਫ ਦਾ ਵੇ ਜਾ ਕੇ ਵੀ ਮਤਲਬ ਕਿ ਆਪਾਂ ਹਰੇਕ ਚੀਜ਼ ਨੂੰ ਕਰਨਾ ਪੈਣਾ ਆਪਾਂ ਤਾਂ ਕਿ ਉਹ ਕੰਟਰੋਲ ਕਰ ਸਕੇ ਨਹੀਂ ਤੇ ਇੰਨੀ ਪੋਜ਼ਿਟਿਵਨੈਸ ਚ ਇੰਨੀ ਫਾਈਨੈਂਸ ਜਦੋਂ ਪੈਸਾ ਬੰਦੇ ਜੇਬ ਚ ਆਉਂਦਾ ਉਹ ਹਰੇਕ ਬੰਦੇ ਨੂੰ ਕੰਟਰੋਲ ਕਰਨਾ ਡਿਸਿਪਲਿਨ ਚ ਰਹਿਣਾ तरीके से सारे काम करने जस्ट होनी काम शुरू होने हैगे ये सारे ना सो वेल डन बाकी वसीम ਵਧੀਆ ਕਰ ਰਹੇ ਹੋ ਤੁਸੀਂ ਸਾਰੇ ਜੀ ਬਿਲਕੁਲ ਸਰ ਮੈਂ ਤੁਹਾਨੂੰ ਇੱਥੇ ਸਾਰੇ ਲੋਕਾਂ ਨਾਲ ਇੰਟਰੋਡਕਸ਼ਨ ਤੇ ਕਰਾਂਗੇ ਮੈਂ ਚਾਹੁੰਦਾ ਕਿ ਪਾਕਿਸਤਾਨ ਦੇ ਕੁਝ ਨੇ ਜੋ ਲੋਕ ਉਹਨਾਂ ਦਾ ਮੈਂ ਇੰਟਰੋਡਕਸ਼ਨ ਕਰਵਾਉਣਾ ਚਾਹਾਂਗਾ 1 ਬਾਈ 1 ਹਾਂ ਮੇਰੇ ਇੰਟਰੋਡਕਸ਼ਨ ਕਰਾ ਦਿਓ ਕਿਉਂਕਿ ਮੈਂ ਵੀ ਨਾ ਜਾ ਰਿਹਾ ਮੈਂ ਹੁਣ ਟਰੈਵਲ ਕਰ ਰਿਹਾ ਸੱਚ ਮੈਂ ਆਫਿਸ ਚੱਲਿਆ ਸੀਗਾ ਬਿਲਕੁਲ ਤੇ ਫਿਰ ਮੈਨੂੰ ਜਾਣਾ ਪੈਣਾ ਹੈਗਾ ਜੀ ਇੱਕ ਤਾਂ ਸਾਡੀ ਲੇਡੀ ਹੈ ਐਕਚੁਅਲੀ ਇੱਥੇ ਬਾਰਿਸ਼ ਹੋ ਰਹੀ ਹੈ ਤੇ ਇੰਟਰਨੈਟ ਦੇ ਕਾਫੀ ਇਸ਼ੂਜ਼ ਨੇ ਬਿਜਲੀ ਵਗੈਰਾ ਦੇ ਤੇ ਸਸਤੇ ਸਾਰਿਆਂ ਨੂੰ ਇੱਥੇ ਪ੍ਰੋਬਲਮ ਹੈ ਬਾਹਰ ਬਾਰਿਸ਼ ਹੋ ਰਹੀ ਹੈ ਕਾਫੀ ਤੇਜ਼ ਤੇ ਹਾਂਜੀ ਜੀ ਲੈਲਾ ਹੈਦਰ ਖਾਨ ਹੈ ਜੀ ਸਾਡੀ ਜਿਹੜੀ ਕੋਰਸ ਮੈਂ ਬਣਾਇਆ ਉਹਨਾਂ ਨੂੰ ਲੈਲਾ ਤੁਸੀਂ ਗੱਲ ਕਰ ਸਕਦੇ ਹੋ ਇਹ ਲਾਹੌਰ ਤੇ ਤਾਲੁਕ ਹੈ ਵਰਕਿੰਗ ਲੇਡੀ ਹੈ ਤੇ ਆਇੰਦਾ ਤੁਸੀਂ ਇਹਨਾਂ ਨੂੰ ਵੈਬਿਨਾਰ ਕੰਡਕਟ ਕਰਦੇ ਦੇਖੋਗੇ ਇੰਗਲਿਸ਼ ਵੈਬਿਨਾਰ ਵੀ ਪੰਜਾਬੀ ਵੀ ਉਰਦੂ ਵੀ ਤੇ ਲੈਲਾ ਜੀ ਤੁਸੀਂ ਗੱਲ ਕਰ ਸਕਦੇ ਹੋ ਜੀ ਪਲੀਜ਼ अस्सलाम वालेकुम गुरसमिंदर जी क्या हाल है ਤੁਹਾਡਾ हेलो जी मैं ठीक ਹਾਂ ਜੀ ਬਿਲਕੁਲ ਹਾਊ ਆਰ ਯੂ आई एम गुड अल्हम्दुलिल्लाह मैं भी बिल्कुल ठीक ਹਾਂ ਤੇ ਮੈਂ ਸਰ ਵਸੀਮ ਦੀ ਟੀਮ ਵਿੱਚ ਹਾਂ ਤੇ ਸਰ ਵਸੀਮ ਬਹੁ ਮੋਟੀਵੇਟ ਕਰਦੇ ਨੇ ਬਹੁਤ ਪੋਜ਼ਿਟਿਵ ਅਪਰੋਚ ਨਾਲ ਇਹਨਾਂ ਮੈਂ ਦੱਸਿਆ ਹੈ ਔਨ ਪੈਸਿਵ ਦਾ ਇਹਨਾਂ ਮੈਂ ਸਿਖਾਇਆ ਹੈ ਤੇ ਮੈਂ ਜੌਬ ਵੀ ਕਰਨੀ ਆ ਤੇ ਜੌਬ ਦੇ ਨਾਲ ਮੈਂ ਔਨ ਪੈਸਿਵ ਨੂੰ ਵੀ ਵੇਨੀ ਆ ਤੇ ਇਹ ਮੈਨੂੰ ਬਹੁਤ ਮੋਟੀਵੇਟ ਕਰਦੇ ਨੇ ਤੇ ਵਸੀਮ ਭਾਈ ਦੀ ਬਹੁਤ ਪੋਜ਼ਿਟਿਵ ਅਪਰੋਚ ਹੈ ਤੇ ਇਨਸ਼ਾਅੱਲਾ ਅਸੀਂ ਬਹੁਤ ਸਾਡੀ ਦਿਲੀ ਖੁਆਇਸ਼ ਹੈ ਵੀ ਅਸੀਂ ਇਹਨਾਂ ਐਲਸੀ ਲੀਡਰ ਦੇ ਉਸ ਵਿੱਚ ਰੂਪ ਵਿੱਚ ਵਿਖਾ ਪਾਕਿਸਤਾਨ ਵਿੱਚ ਤੇ ਸਾਡੀ ਬੜੀ ਬਹੁਤ ਖੁਆਇਸ਼ ਹੈ ਵੀ ਔਨ ਪੈਸਿਵ ਦਾ ਕਾਰਪੋਰੇਟ ਆਫਿਸ ਵੀ ਪਾਕਿਸਤਾਨ ਵਿੱਚ ਬਣੇ ਤੇ ਮੈਂ ਸ਼ੁਰੂ ਵਿੱਚ ਜਿਸ ਟਾਈਮ ਔਨ ਪੈਸਿਵ ਵਿੱਚ ਆਈ ਹਾਂ ਤੇ ਮੈਨੂੰ ਨਹੀਂ ਪਤਾ ਵੀ ਇਹ ਕਿਸ ਬਾਰੇ ਚ ਇਹਦਾ ਕਨਸੈਪਟ ਕੀ ਹੈ ਇਹਦੇ ਪਿੱਛੇ ਕੀ ਆਈਡੀਆ ਹੈ ਕਿ ਪ੍ਰੋਡਕਟਸ ਹਨ ਕੀ ਕੁਝ ਹੈ ਇਸ ਕੰਪਨੀ ਚ ਮੈਨੂੰ ਸਾਰਾ ਕੁਝ ਸਿਖਾਉਣ ਵਾਲੇ ਵਸੀਮ ਭਾਈ ਹਨ ਤੇ ਬੜੀ ਖੁਸ਼ੀ ਹੁੰਦੀ ਵੇਖ ਕੇ ਵਸੀਮ ਭਾਈ ਦੀ ਮਿਹਨਤ ਪੂਰੀ ਰਾਤ ਵੈਬਿਨਾਰ ਵਿੱਚ ਮੌਜੂਦ ਰਹਿੰਦੇ ਨੇ ਤੇ ਬਾਅਦ ਸਾਨੂੰ ਅਪਡੇਟ ਦੇ ਛੁੜੇ ਨੇ ਸਵੇਰ ਤੇ ਬਹੁਤ ਸਪੋਰਟ ਕਰਦੇ ਨੇ ਬਹੁਤ ਪੋਜ਼ਿਟਿਵ ਅਪਰੋਚ ਨਾਲ ਬਹੁਤ ਅੱਛੀ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਇਹਨਾਂ ਦੇ ਕੋਲੋਂ ਸਿੱਖੀ ਹੈ ਵੀ ਆਦਨ ਵੀ ਅਸਾਂ ਆਪਣੇ ਗੋਲ ਤੇ ਫੋਕਸ ਰੱਖਣਾ ਅਸਾਂ ਆਪਣੇ ਕੰਮ ਤੇ ਫੋਕਸ ਰੱਖਣਾ ਕੋਈ ਵੀ ਇਦੋਂ ਦੀ ਗੱਲ ਜਿਹੜੀ ਉਹ ਅਸਾਂ ਦਿਲ ਤੇ ਨਹੀਂ ਲੈਣੀ ਦਿਮਾਗ ਤੇ ਨਹੀਂ ਲੈਣੀ ਤੇ ਸਾਡਾ ਕੀ ਗੋਲ ਹੈ ਅਸਾਂ ਉਸ ਤੇ ਨਜ਼ਰ ਰੱਖਣੀ ਵੀ ਅਸਾਂ ਕਿੱਥੇ ਪਹੁੰਚਣਾ ਤੇ ਅਸਾਂ ਕੀ ਅਵੇਅਰਨੈਸ ਕ੍ਰੀਏਟ ਕਰਨੀ ਲੋਕਾਂ ਵਿੱਚ ਪਾਕਿਸਤਾਨ ਵਿੱਚ ਔਨ ਪੈਸਿਵ ਨੂੰ ਲੈ ਕੇ ਤੇ ਤੁਹਾਡਾ ਇਹਨਾਂ ਮੈਨੂੰ ਦੱਸਿਆ ਬਹੁਤ ਖੁਸ਼ੀ ਹੋਈ ਵੀ ਤੁਸੀਂ ਸਾਡੇ ਵੈਬਿਨਾਰ ਵਿੱਚ ਆਏ ਹੋ ਪਾਕਿਸਤਾਨ ਦੇ ਵੈਬਿਨਾਰ ਵਿੱਚ ਤੇ ਤੁਸੀਂ ਸਾਨੂੰ ਟਾਈਮ ਦਿੱਤਾ ਤੇ ਬਹੁਤ ਅੱਛੀ ਗੱਲ ਹੈ ਵੀ ਮੇਰੀ ਦੁਆ ਹੈ ਸਾਰੇ ਫਾਊਂਡਰਸ ਵਾਸਤੇ ਵੀ ਉਹ ਤਰੱਕੀ ਕਰਨ ਉਹਨਾਂ ਨੂੰ ਕਾਮਯਾਬੀ ਹਾਸਿਲ ਹੋਵੇ ਇਸ ਪਲੇਟਫਾਰਮ ਵਿੱਚ ਤੇ ਬਹੁਤ ਅੱਛਾ ਲੱਗਦਾ ਹੈ ਵੀ ਵਸੀਮ ਭਾਈ ਨੂੰ ਕੈਨੇਡਾ ਵਿੱਚ ਵੀ ਲੋਕ ਜਾਣਦੇ ਨੇ ਯੂਐਸ ਵਿੱਚ ਵੀ ਜਾਣਦੇ ਨੇ ਇੰਡੀਆ ਵਿੱਚ ਵੀ ਜਾਣਦੇ ਨੇ
ਤੇ ਇੰਜੇ ਮੈਂ ਚਾਹਨੀ ਆ ਵੀ ਹਰ ਫਾਊਂਡਰ ਨੂੰ ਇੰਜੇ ਜਿਹੜੇ ਨਾ ਪੂਰੀ ਦੁਨੀਆ ਦੇ ਲੋਕ ਜਾਣਨ ਤੇ ਔਨ ਪੈਸਿਵ ਨੂੰ ਵੀ ਪੂਰੀ ਦੁਨੀਆ ਦੇ ਲੋਕ ਜਾਣਨ। डेफिनेटली जी जी बिल्कुल सर बिल्कुल अला जी सही क्या बिल्कुल सो गुरसमिंदर यही जी एक फैमिली जी जी बिल्कुल फैमिली हो गई है जी या बिल्कुल जी ਇਹ वसीम ਵੀ ਜੀ ਇਹ ਵੀ ਮੈਂ ਕਿਹਾ ਪੰਜਾਬੀ ਦਾ ਇੱਕ ਐਕਸੈਂਟ ਤੁਸੀਂ ਸੁਣਿਆ ਨਾ ਸਰਾਈਕੀ ਟੱਚ ਹੈ ਨਾ ਆਈ ਥਿੰਕ ਨਾ ਜੀ ਬਿਲਕੁਲ ਪੰਜਾਬੀ ਮੈਂ ਤੁਹਾਨੂੰ ਦੱਸਿਆ ਨਾ ਮੈਨੂੰ ਬੜੀ ਵਧੀਆ ਲੱਗਦੀ ਪੰਜਾਬੀ ਜਿਹੜੀ ਪਾਕਿਸਤਾਨੀ ਵੀ ਐਕਚੁਅਲੀ ਠੇਠ ਪੰਜਾਬੀ ਤੇ ਈਵਨ ਕਿ ਮੇਰੀ ਵੀ ਸਾਡੇ ਕਿਉਂਕਿ ਅਸੀਂ ਅੰਮ੍ਰਿਤਸਰ ਇਧਰੋਂ ਥੋੜਾ ਜਿਹਾ ਤੇ ਅਸੀਂ ਬੋਲ ਲੈਂਦੇ ਆ ਕੋਈ ਮੇਰੇ ਸਾਡੇ ਤਾਂ ਪਹਿਲਾਂ ਮੇਰਾ ਸਾਡੇ ਪਿਛੋਕੜ ਪਾਕਿਸਤਾਨ ਚ ਸੀ 47 ਤੋਂ ਸਾਡੇ ਗ੍ਰੈਂਡਫਾਦਰ ਮੇਰੇ ਡੈਡੀ ਦਾ ਬਰਥ ਇੱਥੇ ਦਾ ਹੀ ਪਾਕਿਸਤਾਨ ਦਾ ਮੇਰੀ ਤਾਂ ਸਾਡੀ ਤਾਂ ਈਵਨ ਸਾਡੇ ਫਾਦਰ ਸਾਹਿਬ ਨਾਲ ਹੁੰਦੀ ਵੀ ਜਦੋਂ ਸਾਰਾ ਕੁਝ ਕਿਸੇ ਦਿਨ ਕਿਸੇ ਟਾਈਮ ਅਸੀਂ ਟਾਈਮ ਕੱਢ ਕੇ ਤੇ ਪਾਕਿਸਤਾਨ ਸਾਡਾ ਪੁਰਾਣਾ ਪਿੰਡ ਵਗੈਰਾ ਸਾਰਾ ਦੇਖ ਕੇ ਆਵਾਂਗੇ ਫਾਦਰ ਸਾਹਿਬ ਨੂੰ ਲੈ ਕੇ ਆਵਾਂਗੇ ਤਾਂ ਪਾਕਿਸਤਾਨ ਨਾਲ ਵੈਸੇ ਬਹੁਤ ਪਿਆਰ ਹੈ ਸਾਡਾ ਬਿਲकुल लैला मैं गुरसमिंदर जी ਨੂੰ मैं सुनती पई उर्दू में बात करें मैं चाहता हूँ आपकी उर्दू भी सुनिए अच्छा मैं आपको सुन रही थी और मैं यही सोच रही थी कि आपका पंजाबी का एक्सेंट डिफरेंट था, वसीम भाई का डिफरेंट था, तो हमारी बहुत खालिस बहुत ठेठ पंजाबी है जहाँ की मैं रहने वाली हूँ, उसमें सराइकी भी मिक्स है और बहुत सारी ऐसे लफ्ज हैं जो दूसरे लोगों को समझ नहीं आते। तो मैं कोशिश मेरी पूरी यही रही है कि मैं इस तरह बोलूं कि आपको भी समझ में आ जाए और बाकी लोग भी समझ जाए जितने भी यहाँ पे मौजूद हैं वेबिनार में। हाँ नहीं बिल्कुल पंजाबी लैंग्वेज इतनी वास्ट है कि चलो हुण क्योंकि साडा इधर करके क्योंकि बेसिकली ਜਿਹੜੀ ਅੰਮ੍ਰਿਤਸਰੀ ਲੈਂਗੁਏਜ ਹੈਗੀ ਆ ਉਹ ਬਹੁਤ ਮਤਲਬ ਕਿ ਠੇਠ ਆ ਉਹ ਵੀ ਬਿਲਕੁਲ ਵੀ ਹਨਾ ਤੇ ਤੁਹਾਡੀ ਥੋੜੀ ਹੋਰ ਵਧੀਆ ਚਲੀ ਜਾਂਦੀ ਈਵਨ ਕਿ ਸਾਡੇ ਇੱਧਰ ਕਈ ਤੁਹਾਡੇ ਡਰਾਮਾਸ ਵਗੈਰਾ ਤੇ ਕਈ ਵਾਰ ਉਹ ਬੜੀ ਵਧੀਆ ਲੱਗਦੀ ਹੈਗੀ ਜਦੋਂ ਬਿਲਕੁਲ ਇੱਕ ਪੰਜਾਬੀ ਜਿਹੜਾ ਠੋਸ ਪੰਜਾਬੀ ਜਿਹੜੀ ਹੁੰਦੀ ਉਹ ਬੋਲਦੇ ਆ ਸੋ ਜੋ ਇੱਧਰ ਅੰਮ੍ਰਿਤਸਰ ਫਿਰ ਇੱਧਰ ਲੁਧਿਆਣਾ ਸਾਈਡ ਪਟਿਆਲਾ ਸਾਈਡ ਥੋੜੀ ਮਿਕਸ ਹੁੰਦੀ ਰਹਿੰਦੀ ਹਿੰਦੀ ਦੇ ਨਾਲ ਥੋੜੀ ਬਟ ਸਾਡੀ ਮੇਰੀ ਐਕਸੈਂਟ ਕਿਉਂਕਿ ਥੋੜੀ ਫਾਦਰ ਸਾਹਿਬ ਕਰਕੇ ਅਸੀਂ ਅੰਮ੍ਰਿਤਸਰ ਤੋਂ ਸੀਗਾ ਪਿਛੋਕੜ ਪਾਕਿਸਤਾਨ ਦਾ ਸੋ ਹਾਲੇ ਵੀ ਮਤਲਬ ਕਿ ਇਸ ਤਰੀਕੇ ਦੀ ਹੈਗੀ ਆ ਥੋੜੀ ਖੜੀ ਪੰਜਾਬੀ ਜਿਹਨੂੰ ਆਪਾਂ ਕਹਿ ਸਕਦੇ ਹੈਗੇ ਤਾਂ ਉਹ ਹੈਗੇ ਬਟ ਜੋ ਟੂਵਰਡਸ ਦਿੱਲੀ ਉਧਰ ਨੂੰ ਹੋਈ ਜਾਂਦੇ ਤਾਂ ਥੋੜੀ ਮਿਕਸ ਹੋ ਜਾਂਦੀ ਹੈਗੀ ਆ ਉਹ ਬਟ ਆਈ ਲਵ ਕਿ ਜਿੱਦਾਂ ਤੁਸੀਂ ਬੋਲਦੇ ਹੋ ਸਾਰੇ ਤੇ ਉਹ ਮੇਰੇ ਸਮਝ ਆ ਜਾਂਦੀ ਹੈ ਕੋਈ ਏਡੀ ਗੱਲ ਕਿਉਂਕਿ ਕਈ ਠੇਠ ਸ਼ਬਦ ਉਹ ਅਸੀਂ ਵੀ ਕਈ ਵਾਰ ਮੈਂ ਬੋਲ ਲੈਂਦਾ ਈਵਨ ਕਿ ਘਰ ਮੈਂ ਕਈ ਵਾਰ ਬੋਲਦਾ ਹੈਗਾ ਤੇ ਉਹ ਬੜੇ ਕਈ ਵਾਰ ਮੈਨੂੰ ਕਹਿਣਗੇ ਬੜੀ ਇੱਕਦਮ ਠੇਠ ਪੰਜਾਬੀ ਤੁਸੀਂ ਬੋਲ ਰਹੇ ਹੋ ਤਾਂ ਉਹ ਮੈਂ ਜਾਣ ਬੁੱਝ ਕੇ ਬੋਲਦਾ ਹੁੰਦਾ ਇੱਕ ਥੋੜਾ ਵਧੀਆ ਲੱਗਦਾ ਬੋਲਣ ਨੂੰ ਇਹ ਸਭ ਚੀਜ਼ਾਂ ਨਾ ਤੇ ਡੈਫੀਨਿਟਲੀ ਉਸਕੋ ਸਾਡੇ ਫਾਦਰ ਸਾਹਿਬ ਤੇ ਮੇਰੇ ਗ੍ਰੈਂਡਫਾਦਰ ਉਹ ਤਾਂ ਮੇਰੇ ਗ੍ਰੈਂਡਫਾਦਰ ਤੋਂ ਉਰਦੂ ਵਗੈਰਾ ਸਾਰਾ ਪੜ੍ਹ ਵੀ ਲੈਂਦੇ ਸੀ ਲਿਖ ਕਿਉਂਕਿ ਉਹ ਸਾਰੇ ਉੱਧਰ ਹੀ ਪੜ੍ਹੇ ਸੀਗੇ ਪਾਕਿਸਤਾਨ ਦੇ ਵਿੱਚ ਪਾਰਟੀਸ਼ਨ ਤੋਂ ਪਹਿਲਾਂ ਈਵਨ ਕਿ ਉਦੋਂ ਆਰਮੀ ਸੀਗੇ ਜਦੋਂ ਬ੍ਰਿਟਿਸ਼ ਆਰਮੀ ਸੀ ਉਹ ਸਾਰੇ ਉਹ ਤਾਂ ਉੱਥੇ ਹੀ ਸੀਗੇ ਤੇ ਉਹ ਇਸ ਕਰਕੇ ਸਾਨੂੰ ਪਾਕਿਸਤਾਨ ਦੀਆਂ ਗੱਲਾਂ ਵੀ ਕਿੱਦਾਂ ਉਹਨਾਂ ਦਾ ਉੱਥੇ ਵਿਆਹ ਵਗੈਰਾ ਉੱਧਰ ਹੀ ਹੋਇਆ ਸੀ ਸਾਰਾ ਪਾਕਿਸਤਾਨ ਦੇ ਵਿੱਚ ਨਾ ਲਾਹੌਰ ਤੋਂ ਇੱਧਰ ਸਾਰੇ ਪਿੰਡ ਪੈਂਦੇ ਸੋ ਡੈਫੀਨਿਟਲੀ ਸਾਨੂੰ ਬੜਾ ਵਧੀਆ ਲੱਗਦਾ ਵੀ ਜਦੋਂ ਆਵਾਂਗੇ ਕਿਸੇ ਵਾਰ ਪਾਕਿਸਤਾਨ ਸਭ ਨੂੰ ਮਿਲਾਂਗੇ ਜ਼ਰੂਰ ਹੁਣ ਤਾਂ ਚਲੋ ਇੱਕ ਹੋਰ ਫੈਮਿਲੀ ਹੋ ਗਈ ਔਨ ਪੈਸਿਵ ਫੈਮਿਲੀ ਹੋ ਗਈ ਹੁਣ ਤਾਂ ਮੈਨੂੰ ਐ ਲੱਗਦਾ ਵੀ ਹੁਣ ਤਾਂ ਮੈਨੂੰ ਬਹੁਤ ਸਾਰੇ ਲੋਕ ਜਾਣਨ ਵਾਲੇ ਹੋਣਗੇ ਪਾਕਿस्तान ਪਹਿਲਾਂ ਕੋਈ ਜਾਣਦਾ ਨਹੀਂ ਸੀ और गुरसमिंदर जी आपसे मेरे कुछ सवालात हैं तो मैंने अगर आपके पास वक्त है तो मैं जरूर पूछना चाहूंगी आपसे। जैसे वसीम भाई ने मुझे बहुत मोटिवेट किया है इंशाल्लाह मैं हर फ्राइडे को मैं एक वेबिनार भी कंडक्ट करूंगी और मैं लेडीज वेबिनार में भी जाती हूँ अब इंशाल्लाह मैं एक्टिव हो गई हूँ और मैं कोशिश करती हूँ कि मैं प्रेजेंट रहूँ वेबिनार्स में। मेरा सवाल ये है आपसे कि जब हम जाहिर बात है हम लोगों से डिस्कस करते हैं ऑन पैसिव के बारे में उनको बताते हैं कि ऐसे कंपनियां इंट्रोडक्शन देते हैं और मेरा अपना एक सवाल है कि कंपनी जब लॉन्च होगी जिस तरह जब भी लॉन्च होती है अभी जिस तरह हम वेबिनार्स कंडक्ट करते हैं लोगों को अवेयरनेस क्रिएट करने के लिए लोगों को बताने के लिए तो क्या उस टाइम भी हम वेबिनार्स कंडक्ट करेंगे? अभी तो हम एक कॉन्सेप्ट उनको देते हैं एक अवेयरनेस देते हैं कि ऑन पैसिव किस बारे में क्या आइडियोलॉजी क्या है मिस्टर ऐश मुफारे की और किन चीज़ों पे काम हो रहा है क्या प्रोडक्ट्स हैं तो जब कंपनी लॉन्च हो जाएगी तो तब हम किस आइडियोलॉजी को लेके चलेंगे या तब भी वेबिनार्स होंगे या नहीं होंगे आप क्या कहना चाहेंगे? यस बिल्कुल डेफिनेटली हम लोग बिल्कुल वेबिनार ऐसे ही करते रहेंगे उसके पीछे रीजन ये है कि अभी तो हमारे पास हमें ये नहीं मालूम कि प्रोडक्ट हमारे फीचर्स क्या हैं कैसे हैं जस्ट एक ओवरव्यू हमें मालूम है प्रोडक्ट्स का जब हम लॉन्च हो जाएंगे और हमारे सामने प्रोडक्ट होंगे तो हम बेसिकली
रीसेलर हैं, मतलब कि जैसे वसीम जी ਤੁਸੀਂ ਇੱਕ ਸਵਾਲ ਪੁੱਛਿਆ ਸੀ ਉਦੋਂ ਹੈ ਨਾ ਜੀ ਜੀ ਵੀ ਬਿਲਕੁਲ ਰੀਸੈਲਰ ਹੋ ਜਾਣਾ ਆਪਾਂ, ਠੀਕ ਹੈ ਆਪਾਂ ਕਸਟਮਰ ਤਾਂ ਹੈਗਾ ਹੀ ਆ, ਬਟ ਆਪਾਂ ਰੀਸੈਲਰ ਜੋ ਆਪਾਂ ਜਦੋਂ ਵੈਬਿਨਾਰਸ ਕਰਾਂਗੇ, ਈਵਨ ਕਿ ਓਪਨ ਸੈਮੀਨਾਰਸ ਹੋਣਗੇ, ਉੱਥੇ ਆਪਾਂ ਬਕਾਇਦਾ ਆਪਣੇ ਪ੍ਰੋਡਕਟਸ ਦੇ ਫੀਚਰਸ ਕੀ ਹੈ, ਪ੍ਰੋਡਕਟ ਕੀ ਨੇ, ਆਪਾਂ ਲਾਈਵ ਡੈਮੋ ਕਰਕੇ ਵੀ ਲੋਕਾਂ ਨੂੰ ਦੱਸ ਸਕਦੇ, ਲਾਈਕ ਵੀ ਹੈਵ these type of products, ਇਹ ਆਪਣੇ ਪ੍ਰੋਡਕਟ ਬਾਕੀ ਦੇ ਜੋ ਪ੍ਰੋਡਕਟਸ ਨੇ why they are different from other market, ਠੀਕ ਹੈ ਨਾ। ਸੋ ਬੇਸਿਕਲੀ ਇਹ ਸਾਰਾ ਕੁਝ ਆਪਾਂ ਮਤਲਬ ਕਿ ਕਰ ਪਾਵਾਂਗੇ। ਸੋ ਇਸ ਕਰਕੇ ਆਪਣੇ ਕੋਲ ਡੈਫੀਨਿਟਲੀ ਆਪਾਂ ਜਿੰਨੇ ਵੀ ਹੈਗੇ ਆਪਾਂ ਵੈਬਿਨਾਰਸ ਕਰਦੇ ਰਵਾਂਗੇ, ਬਲਕਿ ਮੈਨੂੰ ਲੱਗਦਾ ਜ਼ਿਆਦਾ ਕਲੈਰਿਟੀ ਨਾਲ ਕਰ ਪਾਵਾਂਗੇ ਆਪਾਂ ਵੈਬਿਨਾਰਸ ਜੀ। अच्छा, ठीक है जी। और कोई क्वेश्चन है आपका? जी जी लला। जी बिल्कुल एक और क्वेश्चन है मेरा जो मैं पूछना चाहूंगी गुरसमिंदर जी से कि एज मिस्टर ऐश मुफारे ने वेबिनार में कहा कि फाउंडरशिप जो है वो क्लोज कर दी जाएगी, ये नहीं पता कि कब क्लोज होगी, अभी होगी या कुछ अरसे में होगी, तो आपको नहीं लगता कि अभी तक क्लोज हो जानी चाहिए थी? क्योंकि इतने फाउंडर्स हमारे पास 1.1 मिलियन से ज्यादा फाउंडर्स हो चुके हैं ऑन पैसिव में, और बहुत दफा ये सवाल सुनने को मिलता है, बहुत दफा ये सवाल किया जाता है मेरे से भी, जो बाकी टीम मेंबर्स हैं उनसे भी, कि इतने फाउंडर्स हैं तो जब अर्निंग का वक्त आएगा, जब उनको पैसा मिलना शुरू होगा, तो क्या उनको इक्वली अकोमोडेट किया जाएगा कंपनी की तरफ से? क्या इतना पैसा कंपनी के पास उस टाइम होगा, या कंपनी इतना कमा रही होगी, या क्या स्कोप है? आपको पता है जब लोग आपको पता ही होगा कि लोग जब ज्वाइन करते हैं तो उनके ज़हन में बहुत से सवालात होते हैं, एक नई चीज है, नई चीज के बारे में वो जान रहे हैं, टोटली वो ब्लैंक होते हैं, तो जब वो जान जाते हैं इन सब चीजों के बारे में तो अगला सवाल उनका ये होता है, क्योंकि हम सबसे पहले ये बताते हैं कि हमारे इतने फाउंडर्स हो गए हैं ऑन पैसिव के, इतने लोगों ने एतमाद किया है ऑन पैसिव पे, तो ये कोई छोटी चीज या छोटी कंपनी नहीं हो सकती। तो आप इस बारे में क्या कहना चाहेंगे कि उस टाइम हम इक्वली हम अकोमोडेट कर पाएंगे फाउंडर्स को, ऑन पैसिव कर सकेगी, या किस तरह उनको अकोमोडेट इन टर्म्स ऑफ अर्निंग कैसे किया जाएगा? यस लला जी, इसमें ना एक बड़ा एक अच्छा सवाल है, जो कि लोग बहुत कंफ्यूज हैं कि पैसा कैसे आएगा, पैसा इतना कैसे आएगा, तो मतलब क्या है, मतलब ठीक है ना। तो यही एक ब्यूटी है ऑन पैसिव की, कि यहाँ पे आपको या मुझे या आपकी टीम को मेरे ऊपर डिपेंड होने की जरूरत नहीं है, या कि आप 10 लोगों को लाओगे तब शायद आपको कमीशन आएगा, ठीक है ना। तो यही एक ब्यूटी है इस कॉन्सेप्ट की, कि ये एक दूसरे के ऊपर डिपेंड नहीं है बेसिकली। जैसे MLM या मल्टी लेवल मार्केटिंग में होता है कि ठीक है ओके, आपने 10 लोगों को लाए, अगर 11वां नहीं आया तो आपको कमीशन आना बंद हो जाएगा, ओके। तो ये ऐसा बिल्कुल नहीं है, सबसे पहले ये बात देखने वाली बात है, क्योंकि हर एक आदमी की एक अपनी यूनिक आइडेंटिटी है इसमें, और हर एक आदमी के को अपनी अलग से ट्रैफिक मिलेगी जब उसने अपने सब्सक्रिप्शन देना है, जब उसमें एक पैकेज आएगा ट्रैफिक का, तो उसको मिलना है। अब जब इंटरनेट बिहेव करता है वो सबके लिए बराबर बिहेव करता है, क्योंकि ट्रैफिक ठीक है ना। तो ट्रैफिक वो आपके लिए भी बिहेव वही करेगी, मेरे लिए भी वही करेगी। अगर मेरे उसमें ये हो सकता है कि मेरी टीम मल्टीप्लाई होके मुझे और पैसे आए, बट मैं अगर अकेला भी हूँ तब भी मुझे मेरी ट्रैफिक मेरे लिए पैसे देके जाएगी, ओके। तो ऐसे इंटरनेट बिहेव करता है। अब इसमें बात आ जाती है कि फाउंडरशिप क्यों नहीं बंद हो रही, तो एक सिंपल सा मोटो है ऑन पैसिव का, अनलिमिटेड का, ओके। तो अगर अनलिमिटेड का मोटो है तो इसमें एवरीथिंग इज अनलिमिटेड। अगर फाउंडर है अनलिमिटेड जब तक बंद नहीं होते, ओके। अगर पैसा है वो अनलिमिटेड है, अगर प्रोडक्ट्स हैं वो अनलिमिटेड है, अगर टोटल इंटरनेट आपको एक ही लॉगिन में मिल रहा है वो अनलिमिटेड है, ओके। तो ये एक मोटो है। अगर हम फाउंडरशिप 2018 में थोड़े लोगों को लेके ही बंद कर देते फॉर एग्जांपल, तो आप जैसे फाउंडर, वसीम जैसे फाउंडर और बड़े जस्सी जैसे, मार्टी रिगामो जैसे ही कहाँ से आते, ओके। तो जिन्होंने एक्चुअल जो आप लोग अच्छा काम कर पाते, तो आपने एज ए कस्टमर आना था, ठीक है बना। तो अनलिमिटेड इसलिए एक रखा हुआ कि अगर हमारा ओ कनेक्ट आ रहा है अनलिमिटेड यूज करो, अगर हमारी ओ मेल आई है अनलिमिटेड, उसमें कोई सो एक जो बिजनेस कॉन्सेप्ट है बेसिकली ऑन पैसिव को, उसको समझने की बहुत जरूरत है कि हमारा जो बिजनेस मॉडल है वो अनलिमिटेड पे टिका हुआ है। सबसे फर्स्ट थिंग ये हो जाती है, हमने कहीं पे रिस्ट्रिक्शन नहीं लगाई, जैसे इंटरनेट ने एवरी जगह, हर एक जगह पे इंटरनेट ने रिस्ट्रिक्शन लगाई हुई है। इंटरनेट क्या, लोगों ने भी, कंपनीज ने, ठीक है
ओके अगर आप ये काम करे और ये लैला जी हैं, ओके आपकी वर्थ आपकी आपका पे इतनी मिलेगी आपको, ओके और ठीक है साल बाद आपकी थोड़ी इंक्रीमेंट कर देंगे, ये होगा। बट मे बी आप में भी थाउजेंड्स और करोड़ और रुपीस के वर्थ हूँ, आपकी जो वर्थ है बेसिकली, ठीक है ना। तो ये रिस्ट्रिक्शन किसने लगाई है? रिस्ट्रिक्शन ह्यूमन दिमाग ने ही लगाई है, ओके इंटरनेट ने ही लगाई है कि ओके अगर जूम है 100 लोगों का प्लेटफॉर्म है, फ्री है, उसके बाद अगर तुम्हें लेना है लाओ पैसे, और उसके बाद और थोड़ा रूम बढ़ना लाओ पैसे। तो ये हर एक जगह पे इंटरनेट है, यही इन लोगों का बिजनेस मॉडल। सो ऑन पैसिव का बिजनेस मॉडल ने बिल्कुल ही अलग इसलिए कर दिया कि अनलिमिटेड सोच को साथ जब हम लेके चलेंगे, हमारी मार्केट 4 बिलियन इंटरनेट यूजर की होगी, इसलिए जब हमने अनलिमिटेड कर दिया। अगर हम लिमिटेड करते करते तो हाँ ये हो सकता ओके इतने फाउंडर आगे बंद कर दो। अब इसमें बात रह रही जब पैसा कहां से, तो पैसा ना तो मैंने देना है ना आपने देना है, पैसा एक सिस्टम के जरिए लोगों के पास आना है। उस सिस्टम में चाहे 1 लाख लोग आ जाएं, उस सिस्टम में चाहे 10 लाख आ जाएं, करोड़ों आ जाएं, वो सिस्टम करोड़ों के लिए भी वही वर्क करने वाला है जो कि 10 लोगों के लिए 5 लोगों के लिए करने वाला है। क्योंकि जो ट्रैफिक है बेसिकली इंटरनेट की, वो सबके लिए इक्वल बिहेव करेगी। ओके तो आपने पैकेज बाय आउट किया, उसमें एक सर्टेन अमाउंट ऑफ ट्रैफिक है, टारगेटेड ट्रैफिक आएगी, वो आपके उसी टाइम काम पे लग जाएगी इंटरनेट के ऊपर, एंड उसके बाद वो आपको इनकम दे के जाए। अब इनकम स्ट्रीम जो है ऑन पैसिव को एक जगह पे टिकी नहीं हुई कि आपके ट्रैफिक की है, उसमें ट्रैफिक का भी पैसा आना है, उसमें आपके पैकेजेस कॉस्ट की भी आना है, आपका टीम का भी आना है, देन उसको स्पिल ओवर। सो काफी चीजें मिलके एक आपको जो पैकेज का सॉरी आपकी इनकम है वो जनरेट होगी। तो इसलिए मे भी किसी जगह से कम है, दूसरी जगह से ज्यादा आ जाएगी, तीसरी जगह से और ज्यादा आ जाएगी, तो वो मिलके आपका एक पे आउट उठेगा। सो वो पे आउट ना तो मेरे ऊपर डिपेंड होगा कि मैंने 10 आदमी लेके आए, या वो आदमी जो आखिर में आया, फॉर एग्जांपल हमें ये मान लेते कि जिस दिन फाउंडरशिप बंद हुई है उस दिन वो आखिरी आदमी आ गया एज ए फाउंडर बना, तो उसको पेमेंट कहां से आएगी? उसको वैसे ही आनी है पेमेंट जैसे हमें आ रही है, वो भी अपना पैकेज बाय आउट करेगा, उसमें भी एक अमाउंट ऑफ ट्रैफिक होगी, वो उसके लिए भी वही ट्रैफिक इंटरनेट पे काम करेगी जो मेरे लिए, जो मैं 2018 में आया था मेरे लिए वही काम करेगी। ओके तो ये तब क्या होगा, जैसे शायद कल के परसों मैंने एक पोस्ट डाली थी, कस्टमर्स 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 कस्टमर्स। तो जैसे होता है 2018 से कस्टमर फाउंडर्स आ रहे रुकने का नाम नहीं ले रहे, चाहे 5 पैसे भी किसी को अभी तक नहीं आए। ऐसे ही जब हमारे पास ये सारा कुछ आना है, और उसके बाद बहुत बहुत बड़े इन्फ्लुएंसर्स है, बहुत बहुत बड़ा एक टाई अप्स हो चुके हैं, वो अभी आपको मालूम नहीं है कितनी कितनी बड़ी बड़ी कंपनियों के साथ टाई अप्स हो चुके हैं। तो ये सारा कुछ मिलके इतना इतना एक सर्कल चलने वाला है कि जब ये शुरू हो गया ना, ये रुकने का नाम नहीं लेगा। ये मल्टीप्लिकेशन मल्टीप्लिकेशन कस्टमर कस्टमर, ऐसा ही फेसबुक के साथ हुआ, ऐसे ही गूगल के साथ हुआ, ऐसे व्हाट्सएप के साथ हुआ, ऐसे ही जितने भी प्लेटफॉर्म है छोटे मोटे बड़े, सबके अपने अपने कस्टमर, उसकी जो वैल्यू है, उसका प्रोडक्ट की जो वैल्यू उसके हिसाब से उनके पास है। तो यहाँ पे हमारे पास तो टोटल एक इंटरनेट है। अगर हम GoDaddy की बात कर लें, एक डोमेन प्रोवाइडर है, उसके पास कई मिलियंस कस्टमर है, ठीक है ना, जस्ट एक प्रोडक्ट है। तो अब आप सोचो कि हमारे पास तो इतने इतने प्रोडक्ट भी ऐसे इनोवेटिव होंगे, ऐसी उनमें चीजें होंगी जो कि पहले इंटरनेट पे है ही नहीं। तो फिर क्या होगा, कस्टमर अट्रैक्ट होगा, यहाँ पे लोग और आते जाएंगे और आते जाएंगे और आते जाएंगे, तो मल्टीप्लिकेशन होगी तो रेवेन्यू और जनरेट होगा तो और पे आउट्स उठेंगे। तो ये सिलसिला चलता जाएगा, एंड मार्केटिंग होती रहेगी। मार्केटिंग कैंपेन्स जो हैं, मतलब कि ये कैंपेन नहीं, कैंपेन्स हैं, ये अभी भी शुरू होने वाले हैं और ये सदा के लिए होते रहेंगे, बिकॉज वी आर हम एक मार्केटिंग कैंपेन का हमारा एक वो एक प्लेटफॉर्म है बेसिक, ठीक है ना। तो ये सारा कुछ ऐसे चलता रहना है। तो इसमें कोई घबराने वाली जरूरत नहीं है कि फाउंडर इतने आगे तो कब बंद है। ये बंद कब तब होंगे जब टोटल अभी आ जाएगी डेट हमारे पास कि हम इस तारीख को शुरू करने जा रहे हैं मार्केटिंग कैंपेन, तो ये उस दिन जाके बंद होने हैं। तो अनलिमिटेड का एक जो फॉर्मूला एक ऑन पेस ने अपनाया, वो अनलिमिटेड होने के वजह से ही ये मतलब कि लोग आते हैं। अब उसका फायदा ये हुआ है कि अनलिमिटेड होते होते हमारे पास 11 लाख फाउंडर्स हो गए हैं। और जब आपके पास वॉल्यूम होता है, तो जब आप मार्केट में होते हो, अभी जो ऑन पैसिव 2018 19 थी 20 में थी, वो ऑन पैसिव की तरफ लोग आज बिल्कुल अलग अलग तरीके से देखते हैं। क्यों? क्योंकि जो इंटरनेट वर्ड है वो वॉल्यूम को देखता है।
ओके, कि इसके पास कितना कितना वॉल्यूम है। तो इंटरनेट वर्ल्ड के पास सामने ये है कि ये ऑन पैसिव अभी लॉन्च नहीं हुई, किसी को कुछ मतलब इसके प्रोडक्ट भी लॉन्च नहीं हुए और इसके पास इतना वॉल्यूम है। तो अब क्या है, जो इंटरनेट वर्ल्ड है वो ऑन पैसिव की तरफ इस नजरिए से देखता है कि नहीं, ये कुछ है, ये दिस इज समथिंग, ऑन पैसिव कुछ चीज है। तो इसलिए जो बड़े बड़े हम कह सकते हैं कि इंटरनेट के जो लोग हैं वो हमारे तरफ अट्रैक्ट हो रहे हैं कि नहीं ये कुछ है, इनके साथ टाई अप करो। ओके, तो इसलिए जब ऐश कहते हैं कि अल्टीमेटली विद इन डाउन द लेन 2-3 साल में हम ही इंटरनेट होने वाले हैं, हम ही ट्रैफिक होने वाले हैं और हम ही सारा कुछ इंटरनेट लोग हमें यूज कर रहे होंगे, तो उसका कहने का मतलब ये होता है कि हम इतने बड़े हो जाएंगे विद इन 2-3 सालों के बाद। तो इसीलिए किसी को घबराने की जरूरत नहीं कि पैसा कहाँ से आएगा। पैसा बेसिकली सिस्टम के थ्रू होना है, ना कि मैंने कुछ किया या आपने कुछ किया, तो ऐसा नहीं। बहुत शुक्रिया गुरमिंदर जी, बिल्कुल आपने ठीक कहा और ऐसे ही है जिस तरह ऑन पैसिव के अपने डाटा सेंटर्स होंगे और सब कुछ। मिस्टर ऐश मुफारे का जो विजन है कि ऑन पैसिव का सब कुछ अपना होगा, वो किसी पे किसी चीज़ के लिए डिपेंडेंट नहीं होगी इंशाल्लाह। और बहुत अच्छा लगा आपसे बात करके, आपने बहुत अच्छा समझाया, बहुत अच्छा एक क्लियर कर दिया जो भी क्वेश्चन था उसको। और इंशाल्लाह आपसे इसी तरह मैं चाहूँगी कि वेबिनार्स में मुलाकात होती रहे और हमारी बातचीत चलती रहे। सर वसीम, बहुत शुक्रिया आपका मुझे यहाँ पे इनवाइट करने का और मुझे मौका देने का यहाँ पे कि मैं बोल पाऊँ और मैं गुरमिंदर जी से इंटरेक्ट कर पाऊँ। बहुत थैंक यू। जी जी लैला जी, इंशाल्लाह आपको इंटरनेशनल वेबिनार में भी नजर आएंगी। इनका बिजी स्केड्यूल है और ये वर्किंग लेडी हैं और जॉब करती हैं, तो इस वजह से इनके लिए काफ़ी डिफ़िकल्ट होता है ये सब चीज़ों को हैंडल करना। और नेक्स्ट में यासिर भाई मेरे बस मुझे बस अभी जाना पड़ेगा 2-4-5 मिनट में। अगर आप मुझे इंट्रोड्यूस करें कौन कौन है सब यहाँ पे, तो फिर मैं थोड़ी ये मिस्टर यासिर हैं, ये मिस्टर यासिर हैं और ये भाई हैं मेरे, एक इस्लामाबाद से ताल्लुक है, ये हेल्थ सर्विसेज का बिजनेस करते हैं। जी यासिर भाई 1 मिनट में अपनी बात कंप्लीट कीजिए ताकि आप दूसरों को मौका मिले। जी जी बिल्कुल सर, बहुत शुक्रिया आपका। मैं बिल्कुल चुके सर सर जिस तरह मैं ਤੁਹਾਡੀ ਗੱਲ ਸੁਣ ਰਿਹਾ ਸੀ ਕਿ ਮਤਲਬ ਇੰਡੀਆ ਦੇ ਵਿੱਚ ਤੁਸੀਂ ਔਨ ਪੈਸਿਵ ਦਾ ਇੱਕ ਪਲੇਟਫਾਰਮ ਇੱਕ ਓਪਰਚੁਨਿਟੀ ਇੰਟਰੋਡਿਊਸ ਕਰਵਾਇਆ। ਨੋ ਡਾਊਟ ਵਸੀਮ ਭਾਈ ਦੇ ਨਾਲ ਕੋਸ਼ਿਸ਼ ਅਸੀਂ ਕਰ ਰਹੇ ਹਾਂ ਔਰ ਓਨੈਸਟਲੀ ਤੁਹਾਡਾ ਇਤਨੇ ਬਿਜ਼ੀ ਸਕੇਜੂਲ ਦੇ ਵਿੱਚ ਉਹ ਟਾਈਮ ਨਿਕਾਲ ਕੇ ਆना ਸਾਡੇ ਲਈ ਬਹੁਤ ऑनर ਦੀ ਗੱਲ। सो नाइस ऑफ यू सर, सो काइंड ऑफ यू और एक बहुत बड़ी होप और बहुत बड़ी सपोर्ट। ਤੁਸੀਂ मतलब चूंकि माशाल्लाह इतना बड़ा करवा ਜਿਹਨੂੰ ਤੁਸੀਂ ਹਲੇ ਕਹਿ ਰਹੇ ਸਿਰਫ ਆਗਾਜ਼ ਆ, ਲੇਕਿਨ ਆਲਰੇਡੀ ਚੁੱਕਿ ਅਸੀਂ ਹਲੇ ਸਟਾਰਟ ਦੇ ਵਿੱਚ ਆ ਔਰ 5 ਲੱਖ और नो डाउट कि पाकिस्तान च इतने ज़्यादा लोग नहीं लेकिन हो जाओगे। लेकिन थाड़ा आना बहुत बड़ा हौसला और तुसी वसीम भाई इस वक्त जिस चैलेंजेस दे विचों गुजर रहे हैं ऑलरेडी तुसी इस चीज़ ਨੂੰ फेस कर चुके और थाड़ा आना इस चीज़ ਦਾ बहुत बड़ा एक सपोर्ट आ और इंशाल्लाह साड़ी कोशिश यही होगी कि ऑन पैसिव ਨੂੰ जिस तरह मतलब क्योंकि एक इंसानियत की बहुत बड़ी जरूरत है और प्रोडक्ट जितनी प्रोडक्ट तुसी दस रहे नंबर ऑफ प्रोडक्ट्स मेरे माइंड दे विच बहुत सारे क्वेश्चन सी तुसी जेडी शॉर्ट जी गुफ्तगू की थी मार्केटिंग कैंपेन और बोनस डिस्ट्रीब्यूशन वो डेफिनेटली क्लियर हो गए। और सर वंस अगेन बहुत शुक्रिया तुसी जल्दी और लेकिन ये कि थाड़ा ना पूरे पाकिस्तान की तरफों सर काबिल इज्जत इंशाल्लाह फिजिकली भी थानू दावत देवांगे, जरूर आइएगा सर। और इंशाल्लाह ਅਸੀਂ बहुत ज़्यादा मेहमान नवाजा और भरपूर मेहमान नवाजी करांगे सर। ताड़ी गपशप होंदी रहेगी, सीख रहे हैं सर। बिल्कुल हर इंसान हर रोज कुछ ना कुछ सीखता, आने वाला दिन गुजरे हुए दिन नालों बेहतर होना चाहिए, साढ़े बड़े सिखाते हैं। और इंशाल्लाह ताड़े जैसे लोग मिस्टर ऐश और बहुत सारे लीडर्स जो आंदे आ गुफ्तगू करते हैं, क्योंकि हर इंसान सर अपनी जुबान के पीछे छुपया हुआ है ना, जो बोलता तो पता चलता। और डेफिनेटली थाड़ा बोलना और साढ़े लिए बहुत ज़्यादा मोटिवेटेड है। वंस अगेन थैंक यू सो मच वसीम भाई, पॉजिटिव अप्रोच के नाल सर कोशिश कर रहे और बिल्कुल ठीक, क्योंकि मतलब बहुत सारे ऐसे लोग हैं जोड़े टीम तो नहीं है और लेकिन ये कि जिस तरह गाइड करते जिस तरह इन्हों का इंटरैक्शन होंदा जिस तरह समझाने का तरीका होंदा वो मतलब वो चीज़ खत्म हो जाती कि वी आर टीम और नॉट, क्योंकि असी सिर्फ एक कंट्री में रिप्रेजेंट करने की कोशिश कर रहे सर।
वंस अगेन सर थैंक यू सो मच। और वसीम भाई ਤੁਹਾਡਾ ਵੀ ਬਹੁਤ ਸ਼ੁਕਰੀਆ ਕਿ ਤੁਸੀਂ ਵੈਬਿਨਾਰ ਦੇ ਥਰੂ ਗੁਰਸਮਿੰਦਰ ਸਾਹਿਬ ਦੇ ਨਾਲ ਗੱਲ ਕਰਨ ਦਾ ਮੌਕਾ ਦਿੱਤਾ ਸਰ। ਬਹੁਤ ਸ਼ੁਕਰੀਆ ਜਜ਼ਾਕੱਲਾ ਸਰ। थैंक यू सर। नेक्स्ट अहमद रजा खान कराची तो ने। अहमद भाई जरा अपने आप को, अहमद भाई आप अनम्यूट कीजिए प्लीज। जी जी अस्सलाम वालेकुम। अस्सलाम जी, बात कीजिए अहमद भाई और अपना इंट्रोडक्शन भी थोड़ा करा दें। हाँ जी अस्सलाम वालेकुम तमाम भाइयों को, और स्पेशली हमारे जो आज के चीफ गेस्ट हैं गुरसविंदर ढिल्लोन साहब, उनको भी। मैं कराची से हूँ और बाय प्रोफेशन ह्यूमन रिसोर्स मैनेजमेंट से ताल्लुक़ है मेरा, प्रोफेशनल एचआर है। और माशाल्लाह से बहुत लेट मैंने ज्वाइन किया है जूम, हो सकता है कि बहुत सारी बातें हो चुकी हों यहाँ तो और मैं इसको सुन भी लूँगा बाद में। और बड़ी खुशी हुई, आज का वेबिनार काफ़ी प्रोग्रेसिव है और आपकी बातें मैंने सुनी है और काफ़ी इससे मैं मुतमईन हुआ हूँ मैं, और बिजनेस के हवाले से भी काफ़ी चीज़ें क्लियर हुई हैं। बस अभी एक यही है चीज़ कि पाकिस्तान में कोई एलसी मेंबर नहीं है, तो कोई ऐसा हो लीडर हो और ऑफिस वगैरह भी पाकिस्तान में हो। पाकिस्तान में बहुत काम की ज़रूरत है इस हवाले से, तो ये चीज़ बहुत जल्द एलसी मेंबर भी होंगे यहाँ से डेफिनेटली। बिल्कुल आप अच्छा कर रहे हो तो सब कुछ ऐश को भी दिख रहा है यहाँ पे, और डेफिनेटली ये सब कुछ होने वाला है। और एक अहम चीज़ है जो कि मैं बता तो चुका हूँ तमाम मेंबर्स को, आपको भी आपकी नॉलेज में लाऊं कि वो नेटवर्क से लैला के थ्रू, अभी लैला बात करनी थी, उनके थ्रू हम वसीम भाई से मिले हैं, ठीक है। और हाँ उसके थ्रू उस पर मैंने कमेंट्स ये डाला था, एलसी इज देयर एनी एलसी मेंबर फ्रॉम पाकिस्तान, ये कमेंट्स डाला था तो उसमें इन्होंने ये डाला। तो इस तरह से हम लोगों ने एक मतलब एक प्लेटफॉर्म पे आए हैं और मुझे उम्मीद है कि और भी बहुत सारे मेंबर हम सर्च कर रहे हैं, सबको एक प्लेटफॉर्म पे लेकर आए यहाँ पर। और वी आर सपोर्टिंग टू वसीम साहब, और ये है हमारा। चलिए थैंक यू, थैंक यू अहमद, टाइम कम है तो बहुत शुक्रिया काफी है जी। नेक्स्ट वो आसिफ गौरी साहब हैं, जिनका ताल्लुक भावल नगर से हैं और आज के जिन्होंने यहाँ पर शेयरिंग भी रखनी थी। तो प्लीज आसिफ 1 मिनट जरा मुख्तसर शॉर्ट बात कीजिए प्लीज। बहुत शुक्रिया वसीम भाई। अस्सलाम वालेकुम सबको। तो स्पेशली गुरविंदर संघ साहब से जो बहुत समय से हमें आज दिखे हैं इधर हमारे पास भी, तो मैं आपको सबको सलाम कहूँगा। तो बस मैं अभी ज्यादा तो बात नहीं करूँगा क्योंकि बहुत सारी बातें तो हो चुकी हैं ना। सब ने अच्छे अच्छे सवाल भी कर लिए हैं, सब ने पूछ भी लिया है। बात आ रही है वसीम भाई मेरी? बिल्कुल बिल्कुल आ रही है। हेलो, हाँ जी बिल्कुल आ रही है, आप बात करें जी। हाँ जी। तो बस मैं अभी इतना अपना कहूँगा, अभी जो कुछ भी सुनने को मिला है बहुत अच्छा लगा है। तो स्पेशली गुरसविंदर सिंह साहब से जो कुछ आज सीखने को मिल गया, बहुत कुछ, बहुत सारे सवाल थे जो लोग करते थे, उनके आंसर आज मिल गए मुझे ना इसमें। तो थैंक यू इस बात के लिए। तो बस इससे ज्यादा और तो अब मैं कुछ नहीं कह सकता। थैंक यू आसिफ जी। उस्मान अहमद खान भाई हैं, अगर आप कुछ कहना चाहें, ये सर के बारे में बताना चाहता हूँ। ये एक प्राइवेट स्कूल रन करते हैं, ये और इनकी मिसेस दोनों ये फाउंडर हैं। और उस्मान भाई प्लीज आप कुछ 1 मिनट जरा कुछ अगर शेयरिंग करें कुछ। जी बिल्कुल। अस्सलाम वालेकुम। गुरसविंदर ढिल्लोन साहब से को सुनकर इनकी इंफॉर्मेशन जो जिन्होंने दी हैं बहुत डिटेल से दी हैं, मुझे बहुत अच्छा लगा। और उम्मीद करता हूँ इंशाल्लाह आइंदा भी आपसे बहुत अच्छी किस्म की मालूमात मिल सकेंगी हमें। और बहुत अच्छा लगता है ये वेबिनार में जब आप लोग आते हैं और एक फैमिली, एक गुलदस्ता बन जाता है हमारा। काफ़ी सारे लोग जो है इकट्ठे होकर बैठते हैं और सवाल करते हैं और इंफॉर्मेशन में इजाफा होता है। और उम्मीद है कि इंशाल्लाह आइंदा भी इस किस्म की इंफॉर्मेशन मिलती रहेंगी। थैंक यू उस्मान भाई, थैंक यू उस्मान, थैंक यू सो मच, थैंक यू सो मच। जी जी। तो अभी यहाँ से तो हो गए हैं पूरे, अगर आप कुछ आपके पास टाइम है तो
अब एक बस थैंक यू आप सब ठीक है। लोगों का। अच्छा बिल्कुल करते रहिए, ऐसी हमारी भी शुरुआत हुई थी। बस थोड़े से लोग होते थे, फिर हमें लगता फिर बढ़ गए और बढ़ गए और बढ़ गए, तो ये काम ऐसे ही चलता रहेगा। ऑन पैसिव अपने बिल्कुल राइट टारगेट पे चल रही है। एंड बस डटे रहिए पॉजिटिवनेस से, मतलब कि पॉजिटिव एक जो फोकस होता है, फोकस मत छोड़िए कभी। बस मैं सबको यही कहता हूँ। ये कुछ नया है बेसिकली, बहुत कुछ नया है ये, वैसे लोगों को नहीं समझ आएगा, एक बार नहीं आएगा, 2 बार नहीं आएगा। कुछ लोग कुछ बातें करेंगे, पर डेफिनेटली आप फोकस रखो। इतना बड़ा कुछ हो रहा है, इतने इतने अच्छे लोग हैं यहाँ पे, इतने इतने अमेरिका में कुछ इनोवेटर्स हैं जो इस प्लेटफॉर्म के साथ जुड़े हैं, डॉक्टर लेवल के लोग जुड़े हुए हैं, इंटेलेक्चुअल लेवल के लोग जुड़े हैं, फाउंडर्स जुड़े, अलग अलग फील्ड से लोग हैं जो समझदार हैं, वो सब इससे जुड़ चुके हैं। तो व्हाई नॉट कि अगर इतना अच्छा कुछ हमें हमें हमारे सामने पेश किया जा रहा है, तो व्हाई नॉट कि हम पॉजिटिवनेस से उस चीज का साथ दें, और साथ दे के अपने आप को तो मजबूत करें, अपने कंट्री को भी मजबूत करें, क्योंकि ऐसा प्लेटफॉर्म पहले ना तो कभी आया है और ना आई थिंक आएगा, जहाँ के हम मतलब कि इतना बड़ा कुछ सोच पाए, अपने लिए तो सोचेंगे बट अपने कंट्री के लिए सोच पाए, ठीक है ना। तो ये एक बड़ा बड़ा डिफरेंट सी बात हुई है, जो कि हमें बहुत प्राउड फील होना चाहिए कि हम फाउंडर हैं, और ऐश एक इतने अच्छे जो बोल्ड इंसान है, एक अच्छे इतना दिमाग रखते हैं, बेसिकली इतना इनोवेटिव दिमाग है उनका, वो हमारे साथ कंधे से कंधा मिलाकर खड़े हुए हैं। एंड और उनके सारे जो चीजें वो कर रहे हैं बेसिकली, तो वो एक डिफरेंट लेवल पे जाके कर रहे हैं, जो लोगों को तो समझ आ गई है। बाकी के आने वाले दिनों में लोगों को और भी आ जाएंगी, जब और क्लैरिटी आ जाएगी बेसिकली ऑन पैसिव में, जो फीचर्स, जो उसके प्रोडक्ट्स वगैरह, या जो भी क्लैरिटी आने वाली है। तो जैसे लैला जी ने पूछा था कि जब हम 2018 में बात कर सकते थे, जब कुछ भी नहीं था, तो अब तो हमारे पास बहुत कुछ है। तो जब प्रोडक्ट्स आ जाएंगे, तब हमारे पास और बहुत कुछ हो जाएगा, प्रोडक्ट्स के बारे में बात करने के लिए हो जाएगा। हमारा अपने जो फाइनेंशियल फ्रीडम है हमारा, उसके लिए हमारे पास बात करने के लिए हमारे पास बात होगी कि देखो हमने विश्वास रखा, तो आज हम कहाँ थे और कहाँ पहुंच गए हैं, और ये हमारे पास प्रोडक्ट। तो ये सिलसिला चलता रहेगा, और डेफिनेटली हम सब मिलके आगे से ऐसे ही काम करते रहेंगे। कभी भी आपको किसी चीज की प्रॉब्लम है, तो हम सब यहाँ खड़े हुए हैं बात करने के लिए, ऐश है वहाँ पे बात करने के लिए। थैंक यू आप सब लोगों सर, इससे पहले आपको सी ऑफ करूं, आप एक छोटा सा क्वेश्चन है जो किसी ने किया था कि जब ऑन पैसिव लॉन्च हो जाएगी, वैसे तो आर्टिफिशियल इंटेलिजेंस के थ्रू सब काम होंगे, लेकिन क्या हम, अगर पाकिस्तान में ऑफिस नहीं भी बनता, क्या हम अपना पर्सनल ऑफिस बनाकर इसकी मार्केटिंग कर सकते हैं मैन्युअली, और हमें अलाउ होगा? डेफिनेटली 100% होगा। बहुत जल्द गाइडलाइंस आ भी रही हैं कि कैसे कैसे हमने चलना है। नो डाउट ग्लोबल लीडर्स को तो मिलेंगे ही मिलेंगे ऑफिस, जहाँ कंटिन्यू नहीं भी तो वहाँ पे हमने कैसे किस लेवल के ऊपर जाके हमने एडवर्टाइजमेंट करनी है, कैसे आगे लेके, तो वो सारा कुछ बताया जाएगा, बिल्कुल गाइडलाइंस होंगी। चलिए ठीक है, थैंक यू वेरी मच, बहुत बहुत शुक्रिया सर आपके आने का, आपने कीमती वक्त से टाइम दिया। थैंक यू वेरी मच। थैंक यू वेरी मच। थैंक यू, बाय बाय बाय।